ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਰਕਨ ਜਨਮ ਕੀਰਨੇ, ਅਸਮ੍ਰਿਤ ਹਮ ਨਾਨਾ। ਸਾਧ ਮਿਲਾਏ ਗੁਰੂ ਮਾਮਾ, ਕਿਆ ਤਿਰ ਕੋ ਬਹਾਨਾ। ਤੁਰਕਨ ਜਨਮ ਕੀਰਨੇ, ਅਸਮ੍ਰਿਤ ਹਮ ਨਾਨਾ। ਸਾਧ ਮਿਲਾਏ ਗੁਰੂ ਮਾਮਾ, ਕਿਆ ਤਿਰ ਕੋ ਬਹਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਵਡਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦਾ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ, ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਅਸਥਾਨ ਤੇ ਦਸ਼ਮੇਸ਼ ਪਾਤਸ਼ਾਹ, ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦਾ ਪਾਵਨ ਲੜੀਵਾਰ ਇਤਿਹਾਸ, ਜਿਵੇਂ ਗਰੀਬ ਨਵਾਜ਼ ਸਤਿਗੁਰੂ ਜੀ ਦੀਨੇ ਨਗਰ ਵਿੱਚ ਪਹੁੰਚੇ ਹੋਏ ਹਨ। ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਰਹੇ ਹਨ। ਸੰਗਤਾਂ ਵੱਡੀ ਭਾਰੀ ਗਿਣਤੀ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਉੱਥੇ ਭਾਈ ਰੂਪ ਚੰਦ ਜੀ ਦੇ ਪੋਤਰੇ ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਇਹ ਦੋਵੇਂ ਵੀ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਆਏ। ਜਿਨ੍ਹਾਂ ਦੇ ਵਡੇਰੇ ਭਾਈ ਰੂਪੇ ਨੇ ਤੇ ਉਹਨਾਂ ਦੇ ਪਿਤਾ ਭਾਈ ਸਾਧੂ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ਼ ਸਾਹਿਬ ਜੀ ਦੀ ਸੇਵਾ ਕਰਕੇ ਸਤਿਗੁਰਾਂ ਨੂੰ ਪ੍ਰੇਮ ਦੇ ਨਾਲ ਗਰਮੀ ਦੀ ਰੁੱਤ ਵਿੱਚ ਠੰਡਾ ਜਲ ਛਕਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਸੀ। ਜਿਸ ਭਾਈ ਰੂਪੇ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ। ਔਰ ਭਾਈ ਸਾਹਿਬ ਜੀ ਦਾ ਤਾਂ ਜਨਮ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਦੇ ਨਾਲ ਹੋਇਆ ਸੀ। ਭਾਈ ਰੂਪੇ ਦਾ
ਉਹਨਾਂ ਦੇ ਪੋਤਰੇ ਹਨ ਪਰਮ ਸਿੰਘ, ਧਰਮ ਸਿੰਘ, ਜਿਹੜੇ ਸੰਗਤ ਦੇ ਜਥੇ ਸਮੇਤ ਦੀਨੇ ਨਗਰ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਸਾਜੇ ਨਵਾਜੇ ਗੁਰਸਿੱਖ ਦਸ਼ਮੇਸ਼ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਆਏ। ਔਰ ਬਹੁਤ ਹਿਰਦੇ ਵਿੱਚ ਵੈਰਾਗ ਹੈ, ਦੁੱਖ ਹੈ ਕਿ ਸਤਿਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਆਪਾਂ ਕੱਲ ਦੇ ਦੀਵਾਨ ਵਿੱਚ ਇਹ ਸਰਵਣ ਕੀਤਾ ਹੈ। ਇਹਨਾਂ ਗੁਰਸਿੱਖਾਂ ਨੇ ਨਮਸਕਾਰ ਕੀਤੀ, ਫਿਰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਕੀ ਸਵਾਂਗ ਰੰਭਿਆ ਹੋਇਆ, ਇਸ ਨੂੰ ਵੇਖ ਕਰਕੇ ਸਿੱਖ ਭਰਮਣਗੇ ਨਹੀਂ, ਸਿੱਖ ਤਾਂ ਭਰਮ ਜਾਣਗੇ। ਵੀ ਤੁਸੀਂ ਸਰਬ ਕਲਾ ਸਮਰੱਥ ਹੁੰਦਿਆਂ ਕਿ ਮਹਾਰਾਜ ਆਪ ਜੀ ਦੇ ਕੋਲ ਇੰਨਾ ਸਾਜੋ ਸਮਾਨ, ਇੰਨੀ ਕਰੋੜਾਂ ਦੀ ਦੌਲਤ, ਸੋਨਾ ਚਾਂਦੀ, ਆਨੰਦਪੁਰ ਸਾਹਿਬ, ਸਭ ਕੁਝ ਹੀ ਮਹਾਰਾਜ ਛੱਡ ਦਿੱਤਾ। ਆਪ ਜੀ ਦਾ ਸਾਰਾ ਪਰਿਵਾਰ ਹੀ ਸਤਿਗੁਰੂ ਜੀ ਸ਼ਹੀਦ ਹੋ ਗਿਆ, ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਗਏ। ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੰਦਿਆਂ ਆਖਿਆ ਕਿ ਭਰਮ ਸਿੰਘ, ਧਰਮ ਸਿੰਘ, ਇਹ ਪਦਾਰਥ ਸੰਸਾਰ ਦੇ ਨਾਸਵਾਨ ਹਨ, ਇਹਨਾਂ ਨੇ ਨਾਸ ਹੀ ਹੋਣਾ ਹੈ। ਚਾਹੇ ਕੋਈ ਸਰੀਰ ਹੈ, ਚਾਹੇ ਕੋਈ ਪਦਾਰਥ ਹੈ, ਭਾਵੇਂ ਅੱਜ ਨਾਸ ਹੋ ਜਾਣ, ਭਾਵੇਂ ਕੱਲ ਨੂੰ ਨਾਸ ਹੋ ਜਾਣ, ਇਹ ਸਾਰੇ ਹੈ ਨਾਸਵਾਨ। ਤੇ ਇਹਨਾਂ ਦਾ ਅੱਗੇ ਪਿੱਛੇ ਖਤਮ ਹੋਣਾ ਮਹਾਰਾਜ ਕਹਿੰਦੇ ਕਿਹੜੀ ਗੱਲ ਹੈ। ਫਿਰ ਗਰੀਬ ਨਵਾਜ ਨੇ ਆਖਿਆ ਧਰਤੀ ਤੇ ਲਕੀਰਾਂ ਖਿੱਚੋ। ਭਾਈ ਪਰਮ ਸਿੰਘ, ਧਰਮ ਸਿੰਘ ਨੇ ਲਕੀਰਾਂ ਖਿੱਚੀਆਂ। ਮਹਾਰਾਜ ਕਹਿੰਦੇ ਮੇਟ ਦਿਓ, ਇਹਨਾਂ ਨੇ ਮੇਟ ਦਿੱਤੀਆਂ। ਤੇ ਸਤਿਗੁਰੂ ਕਹਿੰਦੇ ਕੋਈ ਜਦੋਂ ਲਕੀਰਾਂ ਖਿੱਚੀਆਂ ਲਾਭ ਹੋਇਆ, ਜਦੋਂ ਮੇਟ ਦਿੱਤੀਆਂ ਕੋਈ ਘਾਟਾ ਪੈ ਗਿਆ ਤੁਹਾਨੂੰ? ਕਹਿੰਦੇ ਜੀ ਮਹਾਰਾਜ ਲਕੀਰਾਂ ਨਾਲ ਕੀ ਲਾਭ ਮਿਲਣਾ ਸੀ ਤੇ ਕੀ ਘਾਟਾ ਪੈਣਾ ਸੀ। ਤੇ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਸਤਿਗੁਰਾਂ ਦੀ ਬਿਰਤੀ ਇੱਕ ਰਸ ਹੁੰਦੀ ਹੈ। ਮਹਾਰਾਜ ਕਹਿੰਦੇ ਵੀ ਸਾਨੂੰ ਕੋਈ ਪਦਾਰਥ ਮਿਲ ਜਾਵੇ, ਉਹਦੇ ਨਾਲ ਕੋਈ ਸਾਡੀ ਬਿਰਤੀ 'ਚ ਫਰਕ ਨਹੀਂ ਪੈਂਦਾ ਹੈ, ਤੇ ਕੋਈ ਪਦਾਰਥ ਵਿਛੜ ਜਾਵੇ, ਕੋਈ ਸੰਬੰਧੀ ਸਰੀਰ ਕਰਕੇ ਵਿਛੜ ਜਾਵੇ, ਕੋਈ ਪ੍ਰਾਪਤ ਹੋ ਜਾਵੇ, ਇਹਦੇ ਨਾਲ ਕੋਈ ਵਾਧਾ ਘਾਟਾ ਨਹੀਂ, ਕੋਈ ਲਾਭ ਹਾਨੀ ਨਹੀਂ ਹੈ। ਇਹ ਐਸੀ ਅਵਸਥਾ ਇਹ ਤਾਂ ਸਤਿਗੁਰਾਂ ਦੀ ਹੋ ਸਕਦੀ ਹੈ, ਜਾਂ ਜਿਸ ਸਿੱਖ ਉੱਤੇ ਗੁਰੂ ਸਾਹਿਬ ਜੀ ਆਪ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਤੇ ਉਸ ਨੂੰ ਇਹ ਇੱਕ ਰਸ ਅਵਸਥਾ ਮਹਾਰਾਜ ਆਪ ਬਖਸ਼ ਸਕਦੇ। ਗੁਰੂ ਸਾਹਿਬ ਦੇ ਹੱਥ ਵੱਸ ਹੈ। ਆਪਣੇ ਸਿੱਖਾਂ ਨੂੰ ਵੀ ਐਸੀ ਅਵਸਥਾ ਮਹਾਰਾਜ ਨੇ ਦਿੱਤੀ ਹੈ ਸਮੇਂ ਸਮੇਂ ਤੇ, ਪਰ ਉਹ ਵਿਰਲੇ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਖਿਆ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਵਿੱਚੋਂ ਕੋਈ ਵਿਰਲਾ ਹੈ, ਭਾਈ ਭਿਖਾਰੀ ਜੀ ਵਰਗਾ। ਸੋ ਜਿਨ੍ਹਾਂ ਦੀ ਇੱਕ ਰਸ ਬਿਰਤੀ, ਜਿਵੇਂ ਮਹਾਰਾਜ ਸਾਹਿਬ ਜੀ ਨੇ ਭੋਗ ਦੇ ਸ਼ਲੋਕਾਂ ਦੇ ਵਿੱਚ ਐਸੇ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਜੀਵਨ ਮੁਕਤ ਹਨ। ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਇੱਕ ਰਸ। ਜਾਂ ਜਿਵੇਂ ਸੁਖਮਨੀ ਸਾਹਿਬ ਚ ਮਹਾਰਾਜ ਨੇ ਆਖਿਆ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਜਿਸ ਸਿੱਖ ਉੱਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਉਸ ਨੂੰ ਇਹ ਅਵਸਥਾ ਵੀ ਬਖਸ਼ ਦਿੰਦੇ ਆ। ਤੇ ਸਤਿਗੁਰੂ ਜੀ ਦੀ ਤਾਂ ਸੁਤੇ ਸਿੱਧੀ ਐਸੀ ਅਵਸਥਾ ਹੈ, ਗੁਰੂ ਸਾਹਿਬ ਜੀ ਦੀ ਅਵਸਥਾ ਬਾਰੇ ਕੋਈ ਕੀ ਕਥਨ ਕਰ ਸਕਦਾ ਹੈ। ਤੋ ਗਰੀਬ ਨਵਾਜ ਕਹਿੰਦੇ ਜਿਵੇਂ ਲਕੀਰ ਖਿੱਚਣ ਨਾਲ ਕੋਈ ਤੁਹਾਨੂੰ ਲਾਭ ਨਹੀਂ ਹੋਇਆ, ਲਕੀਰਾਂ ਮੇਟਣ ਨਾਲ ਕੋਈ ਘਾਟਾ ਨਹੀਂ ਪਿਆ, ਇਸੇ ਤਰ੍ਹਾਂ ਸਾਡੀ ਬਿਰਤੀ ਇੱਕ ਰਸ ਹੈ। ਭਾਈ ਸਮਝ ਲਓ। ਇੱਥੋਂ ਤੀਕ ਆਪਾਂ ਲੜੀਵਾਰ ਗਾਥਾ ਸੁਣੀ ਹੈ। ਅੱਗੇ ਭਾਈ ਪਰਮ ਸਿੰਘ, ਧਰਮ ਸਿੰਘ ਨੂੰ ਹੋਰ ਕੀ ਬਚਨ ਕਰਦੇ ਆ।
ਦੀਨੇ ਨਗਰ ਵਿੱਚ ਬੈਠਿਆ ਹੋਇਆਂ ਸਤਿਗੁਰੂ ਦਸ਼ਮੇਸ਼ ਪਾਤਸ਼ਾਹ ਜੋ ਦੀਨਾ ਕਾਂਗੜ ਹੈ, ਉਸ ਦੀਨੇ ਨਗਰ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਆ। ਦਸ਼ਮੇਸ਼ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਤੁਰਕਨ ਜਰਾ ਖੇਰਨੇ ਅਸਕ੍ਰਿਤ ਹਮ ਖਾਨਾ। ਦਸ਼ਮੇਸ਼ ਪਾਤਸ਼ਾਹ ਕਹਿ ਰਹੇ ਆ ਦੋਹਾਂ ਸਿੰਘਾਂ ਨੂੰ, ਬਾਕੀ ਸੰਗਤ ਦਾ ਵੀ ਬਹੁਤ ਵੱਡਾ ਇਕੱਠ ਹੈ। ਭਾਈ ਪਰਮ ਸਿੰਘ ਧਰਮ ਸਿੰਘ ਨੂੰ ਉਪਦੇਸ਼ ਬਖਸ਼ ਰਹੇ ਆ। ਉਹਨਾਂ ਨੇ ਆਖਿਆ ਨਾ ਮਹਾਰਾਜ ਤੁਸੀਂ ਇਹ ਕੀ ਸਵਾਂਗ ਰੰਭਿਆ ਹੋਇਆ ਵੀ ਸਿੱਖ ਤਾਂ ਭਰਮ ਜਾਣਗੇ ਵੀ ਸਤਿਗੁਰੂ ਐਡੀ ਸਮਰੱਥਾ ਦੇ ਮਾਲਕ ਤੇ ਸਾਰਾ ਪਰਿਵਾਰ ਹੀ ਸਮਾਪਤ ਹੋ ਗਿਆ, ਸਾਰਾ ਘਰ ਘਾਟ ਹੀ ਸਮਾਪਤ ਹੋ ਗਿਆ, ਸਭ ਸਾਜੋ ਸਮਾਨ ਹੀ ਸਮਾਪਤ ਹੋ ਗਿਆ, ਖਤਮ ਹੋ ਗਿਆ। ਤੇ ਗਰੀਬ ਨਵਾਜ ਕਹਿੰਦੇ ਸਿੰਘੋ ਤੁਰਕਾਂ ਦੀਆਂ ਜੜ੍ਹਾਂ ਉਖੇੜਨ ਵਾਸਤੇ ਐਸੀ ਕਿਰਤ ਅਸੀਂ ਕੀਤੀ ਹੈ। ਐਸਾ ਇਹ ਜੋ ਅਸੀਂ ਇਹ ਕੌਤਕ ਕੀਤਾ ਹੈ, ਜੋ ਕੁਝ ਕੀਤਾ ਹੈ, ਇਹ ਤੁਰਕਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਕੀਤਾ ਹੈ। ਸਾਹਿਬ ਜਾਦੇ ਰੂਪ ਮੰਗੋ ਕਿਆ ਦਿਲ ਕੋ ਹਾਨਾ। ਫਿਰ ਮਹਾਰਾਜ ਕਹਿੰਦੇ ਤੁਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਸਾਹਿਬਜ਼ਾਦੇ ਤੇ ਮੇਰਾ ਰੂਪ ਹਨ ਤੇ ਉਹਨਾਂ ਨੂੰ ਕਿਸੇ ਨੇ ਕੀ ਖਤਮ ਕਰ ਲੈਣਾ ਹੈ। ਇਹ ਗੁਰੂ ਸਾਹਿਬ ਗਰੀਬ ਨਵਾਜ ਸਾਹਿਬ ਜੀ ਦੀ ਦ੍ਰਿਸ਼ਟੀ ਹੈ। ਅਸੀਂ ਕਹਿੰਦੇ ਹਾਂ ਕਿ ਸਾਹਿਬਜ਼ਾਦੇ ਚੜ੍ਹਾਈ ਕਰ ਗਏ, ਪਰ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਵੇਖਦੀ ਆ ਕਿ ਉਹ ਤਾਂ ਅਮਰ ਅਬਿਨਾਸੀ ਹਨ। ਕਿਉਂਕਿ ਜੋ ਗੁਰੂ ਸਾਹਿਬ ਜੀ ਨੇ ਵੇਖ ਲੈਣਾ ਉਹ ਆਮ ਬੰਦੇ ਨੇ ਥੋੜਾ ਵੇਖ ਲੈਣਾ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਜਾਣਦੇ ਵੀ ਸਾਹਿਬਜ਼ਾਦੇ ਤਾਂ ਅਮਰ ਹੋ ਗਏ, ਉਹਨਾਂ ਨੇ ਤੇ ਅਕਾਲ ਬਾਣਾ ਧਾਰਨ ਕਰ ਲਿਆ, ਉਹ ਤੇ ਅਬਿਨਾਸੀ ਦਾ ਸਰੂਪ ਹੋ ਗਏ। ਤਾਂ ਗਰੀਬ ਨਵਾਜ ਕਹਿੰਦੇ ਆ ਵੀ ਗੁਰਸਿੱਖੋ ਸਾਹਿਬਜ਼ਾਦੇ ਤਾਂ ਮੇਰਾ ਰੂਪ ਹਨ ਆਪਣਾ, ਕਿਆ ਤਿੰਨ ਕੋ ਹਨ, ਉਹਨਾਂ ਦਾ ਕੀ ਖਤਮ ਹੋਣਾ, ਉਹ ਤਾਂ ਮੇਰੇ ਵਿੱਚ ਮਿਲ ਗਏ ਹਨ। ਸਦਾ ਅਮਰ ਆਨੰਦ ਜੁਤ ਮਨ ਮੋਹ ਨ ਲਿਸਾ। ਗਰੀਬ ਨਵਾਜ ਕਹਿੰਦੇ ਵੀ ਸਾਹਿਬਜ਼ਾਦੇ ਸਦਾ ਹੀ ਅਮਰ ਵਾ, ਸਦਾ ਹੀ ਆਨੰਦ ਦੇ ਸਹਿਤ ਵਾ, ਇਸ ਕਰਕੇ ਉਹ ਮੇਰਾ ਹੀ ਸਰੂਪ ਹਨ ਤੇ ਮੇਰੇ ਵਿੱਚ ਹੀ ਅਭੇਦ ਹਨ। ਸਤਿਗੁਰੂ ਕਹਿੰਦੇ ਵੀ ਸਾਨੂੰ ਮੋਹ ਤਾਂ ਲੇਸ਼ ਮਾਤਰ ਵੀ ਨਹੀਂ ਹੈ, ਸਾਡੇ ਮਨ ਨੂੰ, ਸਾਡੇ ਹਿਰਦੇ ਦੇ ਵਿੱਚ ਮੋਹ ਜਿਹੜਾ ਹੈ ਲੇਸ਼ ਮਾਤਰ ਵੀ ਨਹੀਂ ਹੈ, ਕਿਉਂਕਿ ਪੰਜੇ ਵਿਕਾਰ ਹਨ ਸਾਧ ਸੰਗਤ ਜੀ, ਤੇ ਗੁਰੂ ਸਾਹਿਬ ਜੀ ਦੇ ਅੰਦਰ ਤਾਂ ਵਿਕਾਰ ਨਹੀਂ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵਿਕਾਰ ਵਾ। ਵਿਕਾਰੀ ਆਮ ਬੰਦੇ ਹੁੰਦੇ ਆ, ਆਮ ਜੀਵ ਵਿਕਾਰੀ ਹੁੰਦਾ, ਵਿਕਾਰ ਦੇ ਵਿੱਚ ਫਸਦਾ, ਪਰ ਗੁਰੂ ਸਾਹਿਬ ਜੀ ਉੱਤੇ ਵਿਕਾਰਾਂ ਦਾ ਤੇ ਕੋਈ ਅਸਰ ਨਹੀਂ ਹੈ। ਸਤਿਗੁਰੂ ਤੇ ਸਿੱਖਾਂ ਉੱਤੇ ਦ੍ਰਿਸ਼ਟੀ ਪਾ ਕੇ ਸਿੱਖਾਂ ਨੂੰ ਵਿਕਾਰਾਂ ਤੋਂ ਰਹਿਤ ਕਰ ਦਿੰਦੇ। ਇਸ ਕਰਕੇ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਸਾਹਿਬਜ਼ਾਦੇ ਅਮਰ ਤੇ ਆਨੰਦ ਦੇ ਸਹਿਤ ਹਨ, ਅਮਰ ਅਬਿਨਾਸੀ ਆ, ਤੇ ਸਾਡੇ ਮਨ ਵਿੱਚ ਮੋਹ ਲੇਸ਼ ਮਾਤਰ ਨਹੀਂ ਹੈ। ਤਿਨਹੁ ਸੋਗ ਕਿਉ ਹਮ ਕਰੈ ਜੇ ਮੁਕਤ ਹਮੇਸ਼ਾ। ਤੇ ਅਸੀਂ ਉਹਨਾਂ ਸਾਹਿਬਜ਼ਾਦਿਆਂ ਦੇ ਵਾਸਤੇ ਕਿਵੇਂ ਸ਼ੋਕ ਕਰੀਏ, ਉਹ ਤੇ ਸਦਾ ਪ੍ਰਸੰਨ ਹਨ ਸਾਹਿਬਜ਼ਾਦੇ ਤੇ ਹਮੇਸ਼ਾ ਆਨੰਦ ਦੇ ਵਿੱਚ ਲੀਨ ਹਨ, ਉਹਨਾਂ ਨੂੰ ਅਮਰ ਪਦਵੀ ਪ੍ਰਾਪਤ ਹੋਈ ਹੈ, ਤੇ ਅਸੀਂ ਉਹਨਾਂ ਵਾਸਤੇ ਸ਼ੋਕ ਕਿਉਂ ਕਰੀਏ। ਉਂਝ ਇੱਕ ਗੱਲ ਜਿਹੜੀ ਕਹੀ ਜਾਂਦੀ ਹੈ ਨਾ ਵੀ ਜਦੋਂ ਸਾਹਿਬਜ਼ਾਦਿਆਂ ਦੇ ਦਿਹਾੜੇ ਆਉਂਦੇ ਆ, ਸ਼ਹੀਦੀ ਦਿਹਾੜੇ, ਇੱਕ ਇਹ ਗੱਲ ਕਹੀ ਜਾਂਦੀ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਮਠਿਆਈ ਨਾ ਵਰਤਾਈ ਜਾਵੇ, ਕੋਈ ਮਿੱਠਾ ਪਦਾਰਥ ਨਾ ਬਣਾਇਆ ਜਾਵੇ।
ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ। ਹਾਂ, ਉਹ ਇੱਕ ਪੱਖ ਤੋਂ ਸਹੀ ਹੈ ਵੀ ਅਸੀਂ ਇੰਨੇ ਜ਼ਿਆਦੇ ਪਦਾਰਥਾਂ ਵਿੱਚ ਹੀ ਨਾ ਖਚਿਤ ਹੋ ਜਾਈਏ ਵੀ ਸਾਨੂੰ ਗੁਰੂ ਕੇ ਸਾਹਿਬਜ਼ਾਦਿਆਂ ਦੀਆਂ ਤੇ ਸਿੰਘਾਂ ਦੀਆਂ ਸ਼ਹੀਦੀਆਂ ਹੀ ਭੁੱਲ ਜਾਣ, ਵੀ ਜ਼ਿਆਦੇ ਇੱਧਰ ਵੀ ਨਾ ਖਚਿਤ ਹੋ ਜਾਈਏ। ਇਹ ਵੀ ਕਈ ਗੁਰਮੁਖ ਵਿਚਾਰ ਦਿੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਵਿਆਹ ਕਰਨੇ ਵੀ ਸੰਕੋਚਣੇ ਚਾਹੀਦੇ। ਉਹਦਾ ਭਾਵ ਤੇ ਇਹ ਆ ਵੀ ਸਾਨੂੰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਚੇਤੇ ਆਉਣ। ਪਰ ਜੇ ਆਖੀਏ ਵੀ ਇਹ ਸ਼ੋਕ ਦੇ ਦਿਨ ਵਾ, ਨਹੀਂ, ਸ਼ੋਕ ਹੋਰ ਹੁੰਦਾ ਵਾ। ਸ਼ੋਕ ਗਮੀ ਹੋਰ ਚੀਜ਼ ਹੁੰਦੀ ਆ ਤੇ ਸ਼ਹੀਦੀ ਹੋਰ ਚੀਜ਼ ਹੁੰਦੀ ਆ। ਸ਼ਹੀਦੀ ਨੂੰ ਅਸੀਂ ਗਮੀ ਨਾਲ ਨਹੀਂ ਜੋੜ ਸਕਦੇ ਵੀ ਜਿਵੇਂ ਕੋਈ ਸਾਡਾ ਮੁੰਡਾ ਮਰ ਗਿਆ ਜਾਂ ਸਾਡਾ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਤੇ ਆਪਾਂ ਆਪਣੇ ਪਿੰਡਾਂ 'ਚ ਘਰਾਂ 'ਚ ਜਿਹੜਾ ਸ਼ੋਕ ਪੈਂਦਾ ਆਖਾਂਗੇ ਵੀ ਸਾਹਿਬਜ਼ਾਦਿਆਂ ਵਾਸਤੇ ਵੀ ਉਹੀ ਸ਼ੋਕ ਵਾ। ਉਹ ਸ਼ੋਕ ਨਹੀਂ ਇੱਥੇ ਆਪਾਂ ਕਹਿ ਸਕਦੇ। ਹਾਂ, ਉਹਨਾਂ ਨੇ ਤਾਂ ਉਹਨਾਂ ਪੰਕਤੀਆਂ ਦੀ ਵਿਆਖਿਆ ਕੀਤੀ ਆ ਜਿੱਥੇ ਆਉਂਦਾ ਬਚਨ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਪ੍ਰੇਮ ਖੇਲਣ ਕਾ ਚਾਓ, ਚਾਓ ਦੀ ਗੱਲ ਵਾ ਉੱਥੇ। ਉਹਨਾਂ ਚਾਅ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ, ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਬਾਣੀ ਪੜ੍ਹ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਕਰਕੇ ਉਹਨਾਂ ਨੂੰ ਯਾਦ ਕਰਕੇ ਅਸੀਂ ਜਕਾਰੇ ਤਾਂ ਬੁਲਾ ਸਕਦੇ ਹਾਂ, ਉਹਨਾਂ ਕਰਕੇ ਅਸੀਂ ਜਿਉਂਦੇ ਜਾਗਦੇ ਹਾਂ। ਜੇ ਮੰਨ ਲਓ 1-2 ਮਿੰਟਾਂ ਵਾਸਤੇ ਅਸੀਂ ਸੋਚ ਲਈਏ ਵੀ ਉਹ ਸ਼ਹੀਦੀ ਨਾ ਦਿੰਦੇ, ਛੋਟੇ ਸਾਹਿਬਜ਼ਾਦੇ ਜੇ ਸੂਬੇ ਦਾ ਲਾਲਚ ਮੰਨ ਕਰਕੇ ਤੇ ਉਹ ਜਿਵੇਂ ਕਹਿੰਦਾ ਸੀ ਬਦਲ ਜਾਂਦੇ, ਫਿਰ ਕਿਸੇ ਨੇ ਦਿਹਾੜਾ ਮਨਾਉਣਾ ਸੀ, ਫਿਰ ਕਿਸੇ ਨੇ ਕੋਈ ਲੰਗਰ ਲਾਉਣਾ ਸੀ। ਇਸ ਕਰਕੇ ਉਹਨਾਂ ਦੀ ਸ਼ਹੀਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਸ਼ੋਕ ਹੋਰ ਹੁੰਦਾ, ਚੜ੍ਹਦੀ ਕਲਾ ਹੋਰ ਹੁੰਦੀ ਆ, ਰੋਣਾ ਪਿੱਟਣਾ ਹੋਰ ਹੁੰਦਾ ਵਾ। ਇਸ ਕਰਕੇ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਕਈ ਇਹ ਗੱਲ ਕਹਿਣਗੇ, ਵੇਖੋ ਜੀ ਸਾਡੇ ਘਰ ਵਿੱਚ ਬੱਚਾ ਕੋਈ ਚੜ੍ਹਾਈ ਕਰ ਜਾਵੇ ਤੇ ਅਸੀਂ ਐਂ ਕਰਦੇ ਹਾਂ। ਉਹ ਸਾਡੇ ਬੱਚੇ ਉੱਥੇ ਥੋੜਾ ਅੱਪੜ ਗਏ। ਬੱਚਾ ਕੋਈ ਵੀ ਜਿਹੜਾ ਧਰਮ ਵਾਸਤੇ ਕੁਰਬਾਨੀ ਕਰਦਾ ਵਾ ਉਹਦੇ ਵਾਸਤੇ ਰੋਣਾ ਪਿੱਟਣਾ ਨਹੀਂ ਹੁੰਦਾ। ਉਹਦੇ ਵਾਸਤੇ ਤੇ ਭਗਤ ਜੀ ਨੇ ਕਹਿ ਦਿੱਤਾ, ਗੁਰਬਾਣੀ ਨੇ ਕਹਿ ਦਿੱਤਾ, ਕਬੀਰ ਸੰਤ ਮੂਏ ਕਿਆ ਰੋਈ ਹੈ। ਫਿਰ ਸੰਤ ਦਾ ਤੇ ਆਮ ਬੰਦੇ ਦਾ ਫਰਕ ਕੀ ਹੋਇਆ? ਬਾਕੀ ਦੁਨੀਆ ਸਰੀਰ ਛੱਡਦੀ ਹੈ, ਉੱਥੇ ਰੋਣਾ ਪਿੱਟਣਾ ਹੈ, ਉੱਥੇ ਸ਼ੋਕ ਹੈ, ਉੱਥੇ ਗਮ ਹੈ। ਮਹਾਰਾਜ ਨੇ ਤੇ ਉੱਥੇ ਵੀ ਆਖਿਆ ਤੁਸੀਂ ਨਾ ਕਰੋ। ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਵੀ ਉੱਥੇ ਵੀ ਤੁਸੀਂ ਗੁਰਬਾਣੀ ਪੜ੍ਹੋ। ਜਦੋਂ ਆਮ ਕੋਈ ਸੰਬੰਧੀ ਆਪਣਾ ਚੜ੍ਹਾਈ ਕਰਦਾ ਵਾ, ਸ਼ੋਕ ਤਾਂ ਉੱਥੇ ਵੀ ਨਾ ਕਰੋ। ਪਰ ਅਸੀਂ ਕਈ ਵਾਰੀ ਉਸ ਲੈਵਲ ਤੇ ਸ਼ੋਕ ਨਾਲ ਜੋੜ ਦਿੰਦੇ ਆ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ। ਸ਼ੋਕ ਨਾਲ ਨਹੀਂ ਜੋੜਨੀਆਂ ਚਾਹੀਦੀਆਂ। ਗਰੀਬ ਨਵਾਜ਼ ਸਾਹਿਬ ਜੀ ਨੇ ਕਿਹਾ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵਹੁ ਸਾਖਤ ਬਾਪਰੇ, ਜੋ ਹਾਟੈ ਹਾਟ ਬਿਕਾਏ। ਜੇ ਰੋਣਾ ਤੇ ਵਿਕਾਰਾਂ ਨੂੰ, ਜਿਹੜੇ ਵਿਕਾਰਾਂ 'ਚ ਗ੍ਰਸਤ ਵਾ, ਜਿਹੜੇ ਸਾਖਤ ਵਿਚਾਰੇ, ਜਿਹੜੇ ਮਾਇਆ ਸ਼ਕਤੀ ਦੇ ਉਪਾਸ਼ਕ ਵਾ, ਤੇ ਜਿਹੜੇ ਵਿਕਾਰਾਂ ਦੀਆਂ ਹੱਟੀਆਂ ਤੇ ਵਿਕਦੇ ਫਿਰਦੇ ਨਾ, ਕਦੀ ਕਾਮ ਦੀ ਹੱਟੀ ਤੇ ਵਿਕ ਗਏ, ਕਦੀ ਕ੍ਰੋਧ ਦੀ ਹੱਟੀ ਤੇ, ਕਦੀ ਲੋਭ ਦੀ ਹੱਟੀ ਤੇ, ਕਦੀ ਮੋਹ ਤੇ, ਕਦੀ ਹੰਕਾਰ ਦੀ ਹੱਟੀ ਤੇ ਵੇਖ ਕੇ ਮਾਰੇ। ਕਹਿੰਦੇ ਉਹਨਾਂ ਨੂੰ ਰੋਲੋ ਜੇ ਰੋਣਾ ਤੇ। ਸੰਤ ਵਾਸਤੇ ਗਰੀਬ ਨਵਾਜ਼ ਕਹਿੰਦੇ ਰੋਈਦਾ ਨਹੀਂ ਹੁੰਦਾ, ਕਿਉਂਕਿ ਉਹਨੇ ਤੇ ਆਪਣਾ ਚੋਲਾ ਤਿਆਗਿਆ, ਉਹ ਤੇ ਆਪਣੇ ਘਰੇ ਚਲੇ ਗਿਆ। ਕਲਗੀਧਰ ਪਾਤਸ਼ਾਹ ਜਿਸ ਅਵਸਥਾ ਤੇ ਗੱਲ ਕਰਦੇ ਪਏ ਆ ਨਾ, ਮਹਾਰਾਜ ਕਹਿੰਦੇ ਵੀ ਸਾਹਿਬਜ਼ਾਦਿਆਂ ਵਾਸਤੇ ਕਿਉਂ ਸੋਗ ਮਨਾਉਣਾ? ਸਾਹਿਬਜ਼ਾਦੇ ਰੂਪ ਮਮ ਕਿਆ ਤਿੰਨ ਕੋ ਹਾਨਾ। ਸਾਹਿਬਜ਼ਾਦਿਆਂ ਨੂੰ ਕੌਣ ਮਾਰ ਸਕਦਾ? ਸਾਹਿਬਜ਼ਾਦੇ ਸਦਾ ਅਮਰ ਵਾ। ਕਲਗੀਧਰ ਪਾਤਸ਼ਾਹ ਕਹਿੰਦੇ ਉਹ ਤਾਂ ਮੇਰਾ ਰੂਪ ਵਾ। ਇਸ ਕਰਕੇ ਉਹਨਾਂ ਵਾਸਤੇ, ਸੰਤਾਂ ਵਾਸਤੇ, ਭਗਤਾਂ ਵਾਸਤੇ, ਸਾਹਿਬਜ਼ਾਦਿਆਂ ਵਾਸਤੇ ਰੋਣਾ ਨਹੀਂ ਹੁੰਦਾ। ਉਹਨਾਂ ਨੂੰ ਤੇ ਚੇਤੇ ਕਰਕੇ, ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਅੱਜ ਵੀ ਕਿੰਨਿਆਂ ਦੇ ਜੀਵਨ ਤਬਦੀਲ ਹੋ ਰਹੇ ਆ। ਉਹਨਾਂ ਨੇ ਆਪਣਾ ਖੂਨ ਡੋਲ ਕਰਕੇ ਤੇ ਆਪਣੀ ਕੌਮ ਦਾ ਜਿਹੜਾ ਮਹਿਲ ਵਾ ਇਹਨੂੰ ਉਸਾਰਿਆ।
ਇਸ ਕਰਕੇ ਉਹਨਾਂ ਵਾਸਤੇ ਗਮ ਨਹੀਂ ਹੈ, ਝੋਰਾ ਨਹੀਂ ਹੈ। ਉਹ ਤਾਂ ਉਹਨਾਂ ਦੀ ਸ਼ਹੀਦੀ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਕਰਕੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਐਸਾ ਉਪਦੇਸ਼ ਦੇ ਰਹੇ, ਮੋਹ ਨਹੀਂ ਹੈ। ਮਹਾਰਾਜ ਕਹਿੰਦੇ ਸਾਡੇ ਮਨ ਦੇ ਵਿੱਚ ਮੋਹ ਨਹੀਂ ਹੈ। ਇਹਦਾ ਭਾਵ ਇਹ ਨਹੀਂ ਵੀ ਪਿਆਰ ਨਹੀਂ, ਪਿਆਰ ਹੋਰ ਹੁੰਦਾ, ਪ੍ਰੇਮ ਹੋਰ ਹੁੰਦਾ ਹੈ, ਮੋਹ ਹੋਰ ਹੁੰਦਾ ਹੈ। ਸਤਿਗੁਰੂ ਕਹਿੰਦੇ ਮੋਹ ਲੇਸ਼ ਮਾਤਰ ਨਹੀਂ ਹੈ ਸਾਡੇ ਅੰਦਰ। ਤਿਨਹੁ ਸ਼ੋਕ ਕਿਮ ਹਮ ਕਰੈ ਜੇ ਮੁਦਤ ਹਮੇਸ਼ਾ। ਜਿਹੜੇ ਸਦਾ ਪ੍ਰਸੰਨ ਵਾ, ਉਹ ਖੁਸ਼ ਹਨ ਆਨੰਦ ਦੇ ਸਹਿਤ ਸਾਹਿਬਜ਼ਾਦੇ, ਉਹਨਾਂ ਵਾਸਤੇ ਅਸੀਂ ਸ਼ੋਕ ਕਿਉਂ ਕਰੀਏ। ਤੇ ਇੱਥੋਂ ਫਿਰ ਸਾਨੂੰ ਵੀ ਸਿੱਖਿਆ ਮਿਲਦੀ ਹੈ ਕਿ ਤੁਸੀਂ ਸਾਹਿਬਜ਼ਾਦਿਆਂ ਨੂੰ ਯਾਦ ਤੇ ਕਰਨਾ ਵਾ, ਉਹਨਾਂ ਦੀ ਸ਼ਹੀਦੀ ਨੂੰ ਭੁਲਾਉਣਾ ਨਹੀਂ, ਯਾਦ ਕਰਨਾ, ਉਹਨਾਂ ਦਾ ਇਤਿਹਾਸ ਪੜ੍ਹਨਾ ਸੁਣਨਾ। ਉਹਨਾਂ ਨੂੰ ਜੇ ਸ਼ਰਧਾ ਭੇਟ ਕਰਨੀ ਹੈ ਤੇ ਸਿੱਖੀ ਦੇ ਧਾਰਨੀ ਹੋਵੇ। ਸਾਹਿਬਜ਼ਾਦਿਆਂ ਨੂੰ ਆਪਣਾ ਪ੍ਰੇਮ ਅਕੀਦਾ ਭੇਟ ਕਰਨਾ ਹੈ, ਗੁਰਬਾਣੀ ਪੜ੍ਹ ਕੇ ਅਰਦਾਸ ਕੀਤੀ ਜਾਵੇ। ਤੋ ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਕਿ ਸ਼ੋਕ ਨਹੀਂ ਹੈ ਸਾਡੇ ਮਨ ਦੇ ਵਿੱਚ ਸਾਹਿਬਜ਼ਾਦਿਆਂ ਦੇ ਪ੍ਰਤੀ। ਤੇ ਇਸ ਤਰ੍ਹਾਂ ਸੁਣ ਕਰਕੇ ਦੋਨਾਂ ਨੇ, ਭਾਈ ਪਰਮ ਸਿੰਘ ਧਰਮ ਸਿੰਘ ਨੇ ਕੁਝ ਧੀਰਜ ਪਾਇਆ ਹੈ। ਪਰ ਫਿਰ ਵੀ ਹਿਰਦੇ ਵਿੱਚ ਸੰਦੇਹ ਹੈ, ਕਿਉਂਕਿ ਗੁਰੂ ਕੀ ਜਿਹੜੀ ਅਵਸਥਾ ਹੈ ਉਹ ਤਾਂ ਗੁਰੂ ਜੀ ਨੂੰ ਹੀ ਬਣ ਆਉਂਦੀ ਹੈ, ਤੇ ਆਮ ਸੰਸਾਰੀ ਜੀਵਾਂ ਦੇ ਮਨ ਤਾਂ ਫਿਰ ਡਾਵਾਂਡੋਲ ਹੁੰਦੇ ਹੀ ਆ ਨਾ। ਭਾਈ ਪਰਮ ਸਿੰਘ ਧਰਮ ਸਿੰਘ ਨੇ ਕੁਝ ਕੁ ਧੀਰਜ ਤਾਂ ਧਾਰਨ ਕੀਤਾ। ਪਹਿਲਾਂ ਤੇ ਰੋ ਰਹੇ ਸੀ ਵੀ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਚੜ੍ਹਾਈ ਕਰ ਗਏ, ਇੱਕ ਵੀ ਨਹੀਂ ਬਚਿਆ। ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਕੌਣ ਮਾਰਨ ਵਾਲਾ, ਉਹ ਤੇ ਅਮਰ ਵਾ, ਅਬਿਨਾਸੀ ਆ। ਤੇ ਫਿਰ ਵੀ ਮਨ ਵਿੱਚ ਸ਼ੱਕ ਬਣਿਆ ਰਿਹਾ ਵੀ ਇੰਨੀ ਜ਼ਿਆਦੀ ਐਸ਼ਵਰਜ ਸੀ, ਉਹ ਸਾਰੀ ਗਵਾ ਦਿੱਤੀ, ਸਭ ਕੁਝ ਖਤਮ ਹੋ ਗਿਆ। ਕਰੋੜਾਂ ਰੁਪਈਏ, ਹਾਥੀ ਘੋੜੇ, ਕਿੰਨੇ ਬਸਤਰ ਸੀ, 2.5 ਲੱਖਾਂ ਤੰਬੂ ਸੀ, ਹੋਰ ਕਿੰਨਾ ਸਾਜੋ ਸਮਾਨ ਸੀ, ਸੋਨਾ ਚਾਂਦੀ। ਇਹ ਮਨ ਵਿੱਚ ਫਿਰ ਵੀ ਦੋਨਾਂ ਦੇ ਸੰਦੇਹ ਬਣਿਆ ਹੋਇਆ ਹੈ। ਫਿਰ ਹੱਥ ਜੋੜ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਆਪ ਜੀ ਵਾਸਤੇ ਆ ਪੁਸ਼ਾਕ ਲੈ ਕੇ ਆਏ ਆ, ਚੋਲਾ ਸਵਾ ਕੇ ਲਿਆਏ ਆ, ਆਪ ਜੀ ਕਿਰਪਾ ਕਰੋ ਇਹ ਪੁਸ਼ਾਕ ਪਹਿਨੋ। ਮਹਾਰਾਜ ਜਿਹੜੇ ਆਪ ਜੀ ਨੇ ਨੀਲੇ ਬਸਤਰ ਧਾਰਨ ਕੀਤੇ, ਇਹਨਾਂ ਨੂੰ ਹੁਣ ਉਤਾਰੋ ਤੇ ਅਸੀਂ ਆ ਚਿੱਟਾ ਪੁਸ਼ਾਕਾ ਲੈ ਕੇ ਆਏ ਆ ਆਪ ਜੀ ਵਾਸਤੇ। ਇਹ ਚਿੱਟਾ ਚੋਲਾ ਆਪ ਜੀ ਪਹਿਨ ਲਵੋ। ਜਦੋਂ ਇਹਨਾਂ ਦੀ ਬੇਨਤੀ ਸੁਣੀ ਤੇ ਭਾਵਨਾ ਵੇਖੀ ਵੀ ਇਹ ਬੇਨਤੀ ਬਹੁਤ ਪ੍ਰੇਮ ਦੇ ਸਹਿਤ ਕਰ ਰਹੇ ਹਨ, ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉਹ ਚਿੱਟੀ ਜਿਹੜੀ ਪੁਸ਼ਾਕ ਸੀ ਨਾ ਪਹਿਨ ਲਈ ਹੈ। ਬਹੁਤ ਹੀ ਚਿੱਟੀ ਲੈ ਕੇ ਆਏ ਸੀ ਪੁਸ਼ਾਕ, ਆਪਣੇ ਸੇਵਕਾਂ ਦੀ ਕਲਿਆਣ ਕਰਨ ਵਾਸਤੇ, ਭਾਵਨਾ ਪੂਰੀ ਕਰਨ ਵਾਸਤੇ। ਤੇ ਜਿਹੜੇ ਨੀਲੇ ਬਸਤਰ ਸੀ ਨਾ ਮਹਾਰਾਜ ਸਾਹਿਬ ਜੀ ਨੇ ਪਹਿਨੇ ਹੋਏ, ਇਹ ਉੱਚ ਦੇ ਪੀਰ ਬਣੇ ਜਦੋਂ ਸਤਿਗੁਰੂ ਜੀ, ਉਹ ਨੀਲੇ ਬਸਤਰ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਉਤਾਰ ਦਿੱਤੇ ਹਨ। ਹੁਣ ਸਤਿਗੁਰੂ ਜੀ ਨੇ ਨੀਲੇ ਬਸਤਰ ਉਤਾਰ ਕੇ ਤੇ ਚਿੱਟੀ ਪੁਸ਼ਾਕ ਪਹਿਨੀ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਜਦੋਂ ਚਿੱਟੀ ਪੁਸ਼ਾਕ ਪਹਿਨ ਕੇ ਬੈਠੇ ਆ ਪਲੰਘੇ ਦੇ ਉੱਤੇ, ਤੇ ਮਾਈ ਭਾਈ ਸਾਰੇ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੇ ਪ੍ਰਸੰਨ ਹੋ ਰਹੇ ਹਨ। ਕੁਝ ਕੁ ਸਮਾਂ ਭਾਈ ਰੂਪ ਚੰਦ ਦੀ ਜੋ ਬੰਸ ਹੈ, ਭਾਈ ਰੂਪੇ ਦੀ ਅੰਸ ਬੰਸ, ਇਹਨਾਂ ਦੇ ਪੋਤਰੇ ਭਾਈ ਪਰਮ ਸਿੰਘ ਧਰਮ ਸਿੰਘ ਕੁਝ ਕੁ ਸਮਾਂ ਬੈਠੇ ਹਨ ਪਾਸ। ਫਿਰ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਦੀਨੇ ਤੇ ਆਪਣੇ ਪਿੰਡ ਨੂੰ, ਆਪਣੇ ਘਰ ਨੂੰ ਚਲੇ ਗਏ, ਤੇ ਜਾਂਦੇ ਹੋਏ ਕਲਗੀਧਰ ਪਾਤਸ਼ਾਹ ਜੀ ਦੀ ਪ੍ਰਸ਼ੰਸਾ ਕਰਦੇ ਗਏ। ਤੇ ਆਪਸ ਵਿੱਚ ਗੱਲਬਾਤ ਕਰਦੇ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਗਏ ਆ। ਇਹ ਗੱਲ ਕਰਦੇ ਆ
ਵੀ ਇੰਨਾ ਕੁਝ ਸੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ, ਉਹ ਸਾਰਾ ਕੁਝ ਖਤਮ ਹੋ ਗਿਆ। ਵੇਖੋ ਕਿੱਡਾ ਸ਼ਹਿਰ ਮਹਾਰਾਜ ਨੇ ਵਸਾਇਆ ਸੀ, ਕਿੰਨਾ ਸਾਜੋ ਸਮਾਨ ਸੀ, ਉਹ ਸਾਰਾ ਕੁਝ ਹੀ ਵਿਨਸ ਗਿਆ। ਪਰ ਇਹਨਾਂ ਦੇ ਮਨ ਵਿੱਚ ਕੋਈ ਲੇਸ਼ ਮਾਤਰ ਵੀ, ਥੋੜਾ ਜਿੰਨਾ ਵੀ ਸ਼ੋਕ ਨਹੀਂ ਹੈ, ਥੋੜਾ ਜਿੰਨਾ ਵੀ ਗਮ ਨਹੀਂ ਹੈ ਵੀ ਇੰਨਾ ਕੁਝ ਸਾਡਾ ਜਿਹੜਾ ਉਹ ਸਮਾਪਤ ਹੋ ਗਿਆ ਹੈ, ਖਤਮ ਹੋ ਗਿਆ ਹੈ। ਲੇਸ਼ ਮਾਤਰ ਵੀ ਕੋਈ ਸ਼ੋਕ ਗਮ ਨਹੀਂ ਹੈ। ਵੇਖੋ ਜਿੱਥੇ ਹੋਰ ਪਿਆਰੀਆਂ ਵਸਤੂਆਂ ਇਹਨਾਂ ਦੀਆਂ ਨਾਸ ਹੋਈਆਂ, ਉੱਥੇ ਪੁੱਤਰ ਵੀ ਚਾਰੇ ਦੇ ਚਾਰੇ ਸਮਾਪਤ ਹੋ ਗਏ, ਚਾਰੇ ਪੁੱਤਰ ਵੀ ਸ਼ਹੀਦ ਹੋ ਗਏ। ਪੁੱਤਰਾਂ ਤੋਂ ਆਦਿਕ ਪਿਆਰੀਆਂ ਵਸਤੂਆਂ ਹੋਰ ਵੀ ਬਹੁਤ ਜਿਹੜੀਆਂ ਉਹ ਨਾਸ ਹੋ ਗਈਆਂ, ਪਰ ਫਿਰ ਵੀ ਕੋਈ ਕਲੇਸ਼ ਨਹੀਂ ਹਿਰਦੇ 'ਚ ਪੈਦਾ ਹੋਇਆ, ਕੋਈ ਦੁੱਖ ਨਹੀਂ ਪੈਦਾ ਹੋਇਆ। ਇਹ ਉਸ ਦਿਨ ਫਿਰ ਨਮਸਕਾਰ ਕਰਕੇ ਆਪਣੇ ਨਗਰ ਚਲੇ ਗਏ, ਆਪਣੇ ਘਰੇ। ਤੇ ਜਦੋਂ ਅਗਲਾ ਦਿਨ ਹੋਇਆ ਨਾ, ਇਹਨਾਂ ਨੇ ਗੁਰੂ ਸਾਹਿਬ ਜੀ ਵਾਸਤੇ ਤੇ ਗੁਰੂ ਕੇ ਸਿੰਘਾਂ ਵਾਸਤੇ ਆਪਣੇ ਘਰੇ ਭੋਜਨ ਤਿਆਰ ਕਰਾਇਆ। ਅਗਲੇ ਦਿਨ ਹਿਤ ਖਾਨ ਕੀ ਉੱਤਮ ਅਸਮ ਕਰਾਏ। ਅਗਲੇ ਦਿਨ ਗੁਰੂ ਸਾਹਿਬ ਜੀ ਨੂੰ ਛਕਾਉਣ ਵਾਸਤੇ ਬੜਾ ਉੱਤਮ, ਬਹੁਤ ਚੰਗਾ ਭੋਜਨ ਪ੍ਰਸ਼ਾਦਾ ਪਾਣੀ ਇਹਨਾਂ ਨੇ ਤਿਆਰ ਕਰਵਾਇਆ ਹੈ। ਤਾਂ ਇਸ ਤਰ੍ਹਾਂ ਕਹਿੰਦੇ ਵੀ ਬਹੁਤ ਇਹ ਭਾਵਨਾ ਧਾਰਨ ਕਰਕੇ ਸ਼ਰਧਾਲੂ ਹਨ ਗੁਰੂ ਘਰ ਦੇ, ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਗਲੇ ਦਿਨ ਚੱਲੇ। ਇਸ ਤਰ੍ਹਾਂ ਕਿੰਨੇ ਜਿਹੜੇ ਸਿੱਖ ਸੇਵਕ ਵਾ ਨਾ ਇਹਨਾਂ ਦੇ ਨਗਰ ਦੇ ਵਿੱਚੋਂ ਚੱਲੇ। ਕਈ ਤਾਂ ਅੱਗੇ ਚਲੇ ਗਏ ਸਿੱਖਾਂ ਦਾ ਜਥਾ, ਤੇ ਕੁਝ ਕੁ ਪਿੱਛੇ ਜਿਹੜਾ ਪਿੱਛੇ ਪਿੱਛੇ ਆ ਰਹੇ ਹਨ। ਕਿਤੇ ਕੁ ਸਿੱਖ ਆਗੇ ਗਏ, ਕੋ ਆਵਤ ਪਾਛੇ, ਕੋਈ ਅੱਗੇ ਚਲੇ ਗਏ, ਕੋਈ ਪਿੱਛੇ ਜਾ ਰਹੇ ਹਨ। ਤੇ ਉਸ ਵੇਲੇ ਜਿਹੜਾ ਭਾਈ ਧਰਮ ਸਿੰਘ ਹੈ ਨਾ, ਭਾਈ ਰੂਪੇ ਦਾ ਪੋਤਰਾ, ਭਾਈ ਪਰਮ ਸਿੰਘ ਦਾ ਭਰਾ, ਜਿਹੜੇ ਪਹਿਲੇ ਦਿਨ ਦਰਸ਼ਨ ਕਰਕੇ ਗਏ ਆ, ਤੇ ਹੁਣ ਇਹ ਭਾਈ ਧਰਮ ਸਿੰਘ ਇਕੱਲਾ ਹੀ ਜਾ ਰਿਹਾ। ਬਾਕੀ ਕਹਿੰਦੇ ਕੋਈ ਜਥਾ ਜਿਹੜਾ ਵਾ ਉਹ ਅੱਗੇ ਤੋਰ ਦਿੱਤਾ ਵਾ, ਉਹ ਕੁਝ ਅੱਗੇ ਚਲੇ ਗਏ, ਕੋਈ ਪਿੱਛੇ ਚਲੇ ਗਏ। ਤੇ ਹੁਣ ਬਹੁਤ ਕਾਹਲੀ ਕਰਦੇ ਆ, ਉਤਲਾਵਤ ਹੀ ਚੱਲ ਪਰਿਓ ਮਗ ਏਕਲ ਆਛੇ। ਇਕੱਲਾ ਭਾਈ ਧਰਮ ਸਿੰਘ ਜਿਹੜਾ ਉਹ ਉਸ ਰਸਤੇ ਤੇ ਚੱਲ ਕੇ ਆਪਣੇ ਨਗਰ ਤੋਂ ਇਧਰ ਨੂੰ ਆ ਰਿਹਾ ਹੈ। ਜਦੋਂ ਨਗਰ ਤੋਂ ਘਰ ਤੋਂ ਬਾਰ-ਬਾਰ ਕੁਝ ਦੂਰੀ ਤੇ ਚਲੇ ਗਿਆ ਹੈ ਨਾ, ਤੇ ਭਾਈ ਧਰਮ ਸਿੰਘ ਕਦੀ ਸੱਜੇ ਪਾਸੇ ਵੇਖਦਾ ਹੈ, ਕਦੀ ਖੱਬੇ ਪਾਸੇ ਵੇਖਦਾ ਹੈ। ਤੇ ਵੇਖਦਾ ਇਸ ਕਰਕੇ ਸੱਜੇ ਖੱਬੇ ਪਾਸੇ ਵੀ ਬਾਕੀ ਸਾਰੀ ਜਿਹੜੀ ਸੰਗਤ ਹੈ, ਨਗਰ ਦਾ ਜਥਾ ਸੀ, ਉਹ ਤੇ ਬਹੁਤ ਦੂਰ ਅੱਗੇ ਚਲੇ ਗਿਆ। ਹੁਣ ਸੱਜੇ ਖੱਬੇ ਤਾਂ ਵੇਖਦਾ ਵੀ ਕੋਈ ਆਉਂਦਾ ਸਿੱਖ ਦਿਸੇ ਜਿਹਨੇ ਜਾਣਾ ਹੋਵੇ ਦੀਨੇ ਪਿੰਡ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਮੈਂ ਵੀ ਉੱਥੇ ਜਾਣਾ ਵਾ ਤੇ ਨਾਲ ਰਲਾ ਲਵਾਂ ਤੇ ਇਕੱਠੇ ਤੁਰੇ ਜਾਵਾਂਗੇ। ਇਸ ਕਰਕੇ ਕੋਈ ਰਸਤੇ ਵਿੱਚ ਸਿੱਖ ਆਉਂਦਾ ਹੋਵੇ ਤੇ ਨਾਲ ਰਲਾ ਲਵਾਂ। ਆਵਤ ਸਿੱਖ ਧੀਰਾ। ਜਿਸ ਵੇਲੇ ਪਿਛਲੇ ਪਾਸੇ ਵੇਖਿਆ ਹੈ ਨਾ, ਤੇ ਫਿਰ ਵੇਖਿਆ ਹੈ ਵੀ ਇੱਕ ਸਿੱਖ ਆ ਰਿਹਾ ਬੜੇ ਧੀਰਜ ਦੇ ਨਾਲ, ਬਹੁਤ ਹੌਸਲੇ ਦੇ ਨਾਲ, ਸਹਿਜੇ ਸਹਿਜੇ ਇੱਕ ਪਿੱਛੇ ਦੂਰ ਇੱਕ ਸਿੱਖ ਆਉਂਦਾ ਵੇਖਿਆ ਹੈ। ਭਾਈ ਧਰਮ ਸਿੰਘ ਨੇ ਹਿਰਦੇ ਵਿੱਚ ਇੱਛਾ ਕੀਤੀ ਹੈ, ਅਭਿਲਾਖਾ ਕੀਤੀ ਹੈ ਵੀ ਜਿਹੜਾ ਪਿੱਛੇ ਸਿੱਖ ਆ ਰਿਹਾ ਨਾ ਬੜਾ ਸਹਿਜੇ ਸਹਿਜੇ, ਕਿ ਉਹਨੂੰ ਨਾਲ ਲਾ ਲਵਾਂ ਤੇ ਦੋਵੇਂ ਇਕੱਠੇ ਮਿਲ ਕੇ ਗੁਰੂ ਜੀ ਦੇ ਪਾਸ ਜਾਵਾਂਗੇ। ਹੌਲੀ ਹੌਲੀ ਰਸਤੇ ਤੇ ਨਾ ਚਾਲ ਘਟਾ ਦਿੱਤੀ ਭਾਈ ਧਰਮ ਸਿੰਘ ਨੇ। ਪਹਿਲਾਂ ਤੇਜ਼ ਚੱਲਦਾ ਸੀ, ਫਿਰ ਸਨੇ ਸਨੇ ਹੌਲੀ ਹੌਲੀ ਚੱਲਣ ਲੱਗ ਪਿਆ। ਇਸ ਕਰਕੇ ਹੌਲੀ ਹੌਲੀ ਨਾਲੇ ਉਸ ਸਿੱਖ ਵੱਲੇ ਵਹਿੰਦਾ ਵੀ ਉਹ ਨੇੜੇ ਆ ਹੀ ਜਾਵੇ, ਫਿਰ ਇਕੱਠੇ ਹੀ ਗੱਲਾਂ ਬਾਤਾਂ ਕਰਦੇ ਜਾਵਾਂਗੇ। ਪਰ ਜਿਹੜਾ ਉਹ ਪਿੱਛੇ ਸਿੱਖ ਆ ਰਿਹਾ ਸੀ ਨਾ, ਉਹਨੇ ਤੇ ਅਸਚਰਜੀ ਕੌਤਕ ਵਿਖਾ ਦਿੱਤਾ ਭਾਈ ਧਰਮ ਸਿੰਘ ਨੂੰ
ਜਿਸ ਨੂੰ ਵੇਖ ਕਰਕੇ ਇਹਦੀ ਮੱਤ ਹੀ ਬੌਰੀ ਹੋ ਗਈ। ਇਹ ਹੈਰਾਨ ਹੀ ਹੋ ਗਿਆ, ਹੱਕਾ ਬੱਕਾ ਜਿਹਾ ਹੀ ਹੋ ਗਿਆ ਵੀ ਇਹ ਕੀ ਕਰਦਾ ਹੈ। ਬਿਸਤ ਬਰਨ ਕੇ ਬਸਤਰ ਬਰ ਪੂਰਬ ਦਿਖ ਰਾਏ। ਜਦੋਂ ਪਹਿਲੀ ਵਾਰੀ ਵੇਖਿਆ ਸੀ ਨਾ ਪਿੱਛਾ ਭੌਂ ਕੇ ਇਹਨੇ ਉਸ ਸਿੱਖ ਵੱਲੇ, ਤੇ ਉਹਨੇ ਚਿੱਟੇ ਰੰਗ ਦਾ ਚੋਲਾ ਪਾਇਆ ਹੋਇਆ ਸੀ, ਚਿੱਟੇ ਰੰਗ ਦੇ ਉਹਦੇ ਬਸਤਰ ਸੀ। ਤਾਂ ਚਿੱਟੇ ਰੰਗ ਦੇ ਬਸਤਰ ਜਿਸ ਵੇਲੇ ਵੇਖੇ ਪਹਿਲਾਂ, ਬਾਹਰ ਪੀਤ ਪਨ ਸ਼ਰਮ ਕਰ ਨਿਜ ਵੇਸ ਬਣਾਏ। ਇਹ ਹੌਲੀ ਹੌਲੀ ਚੱਲਦਾ ਵਾ ਵੀ ਉਹ ਨਾਲ ਰਲ ਹੀ ਜਾਵੇ, ਨਾਲੇ ਪਛਾਣ ਵੇਂਦਾ ਵੀ ਕਿੰਨੀ ਕੁ ਦੂਰ ਰਹਿ ਗਿਆ, ਸਹਿਜੇ ਸਹਿਜੇ ਕਦਮ ਪੁੱਟਦਾ। ਜਦੋਂ ਦੂਜੀ ਵਾਰੀ ਵੇਖਿਆ ਤੇ ਉਹਦਾ ਪੀਲੇ ਰੰਗ ਦਾ ਚੋਲਾ ਉਹ ਸਿੰਘ ਦਾ, ਫਿਰ ਹੈਰਾਨ ਹੋ ਗਿਆ। ਫਿਰ ਵੇਖਿਆ ਪਿੱਛਾ ਭੌਂ ਕੇ ਤੇ ਨੀਲੇ ਰੰਗ ਦਾ ਚੋਲਾ ਪਾਇਆ ਉਹਨੇ ਤੁਰਿਆ ਆਉਂਦਾ, ਤੇ ਮੱਤ ਅਚਰਜ ਹੋ ਗਈ ਵੀ ਇਹ ਤੇ ਰੰਗ ਹੀ ਬਦਲੀ ਜਾਂਦਾ ਆਪਣੇ ਚੋਲੇ ਦੇ, ਪਹਿਲਾਂ ਚਿੱਟੇ ਰੰਗ ਦਾ, ਫਿਰ ਪੀਲੇ ਦਾ, ਫਿਰ ਸ਼ਿਆਮ, ਫਿਰ ਨੀਲੇ ਦਾ, ਨਿਜ ਬੇਸ ਬਣਾਏ। ਇਸ ਤਰ੍ਹਾਂ ਉਹਨੇ ਆਪਣਾ ਜਿਹੜਾ ਬੇਸ ਵਾ ਨਾ ਉਹ ਰੰਗ ਬਦਲੇ। ਇਹਨੂੰ ਵੇਖ ਕਰਕੇ ਅਚਰਜ ਮੱਤ ਜਿਹੜੀ ਉਹ ਬੌਰੀ ਹੋ ਗਈ। ਤੇ ਫਿਰ ਲਾਲ ਜੇ ਰੰਗ ਦਾ ਵੀ ਚੋਲਾ ਉਹਨੇ ਵਿਖਾ ਹੀ ਦਿੱਤਾ। ਵੇਖਿਆ ਫਿਰ ਤੇ ਲਾਲ ਰੰਗ ਦੇ ਵਸਤਰ ਪਹਿਨੇ ਹੋਏ, ਅਰਨ ਬਰਨ। ਤੇ ਫਿਰ ਵੇਖਿਆ ਤੇ ਕਦੀ ਉਹ ਵੱਡਾ ਹੋ ਜਾਂਦਾ ਸਰੀਰ ਉਹਦਾ, ਤੇ ਕਦੀ ਛੋਟਾ ਜਿਹਾ ਬਣ ਜਾਂਦਾ ਬੌਣਾ ਜਿਹਾ, ਕਦੀ ਨਿੱਕਾ ਜਿਹਾ ਬਣ ਜਾਂਦਾ, ਕਦੀ ਬਹੁਤ ਵੱਡਾ ਬਣ ਜਾਂਦਾ। ਇਸ ਤਰੀਕੇ ਦੇ ਨਾਲ ਵੇਖਿਆ ਭਾਈ ਧਰਮ ਸਿੰਘ ਨੇ ਉਸ ਸਿੰਘ ਨੂੰ। ਤੇ ਫਿਰ ਉਹ ਆਮ ਸਧਾਰਨ ਜਿਹਾ ਜਿੱਡਾ ਕਾ ਆਕਾਰ ਭਾਈ ਧਰਮ ਸਿੰਘ ਦਾ ਵਾ, ਤੇ ਓਡਾ ਕੋ ਉਸ ਸਿੱਖ ਦਾ ਆਕਾਰ ਵਾ ਸਰੀਰ ਦਾ, ਆਮ ਸਧਾਰਨ ਸਰੀਰ ਦੇ ਆਕਾਰ ਕੇ ਜਿੱਡਾ, ਉਹ ਬਰਾਬਰ ਜਿਹਾ ਹੋ ਕਰਕੇ ਫਿਰ ਨੇੜੇ ਆ ਗਿਆ। ਤੇ ਆ ਕੇ ਫਿਰ ਉਹਨੇ ਫਤਿਹ ਬੁਲਾਈ ਹੱਥ ਜੋੜ ਕੇ ਭਾਈ ਰੂਪ ਚੰਦ ਦੇ ਪੋਤਰੇ ਭਾਈ ਧਰਮ ਸਿੰਘ ਨੂੰ। ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਗੱਜ ਕੇ ਬੁਲਾਈਏ ਜੀ, ਸਿੰਘ ਨੂੰ ਸਿੰਘ ਨੇ ਫਤਿਹ ਬੁਲਾਈ ਆ, ਆਪਾਂ ਵੀ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਧਰਮ ਸਿੰਘ ਫਿਰ ਹੋਏ ਮਿਲਿਓ ਧਰਤੇ ਮਿਸਾਲਾ। ਫਿਰ ਭਾਈ ਧਰਮ ਸਿੰਘ ਵੀ ਖਲੋ ਗਿਆ। ਹੁਣ ਗਾਂ ਕੀ ਤੁਰਨਾ ਸੀ। ਭੌਤਿਕ ਜਦੋਂ ਵੇਖਿਆ ਫਿਰ ਖਲੋ ਗਿਆ, ਬਹੁਤਾ ਪ੍ਰੇਮ ਧਾਰਨ ਕਰਕੇ ਫਿਰ ਮਿਲਿਆ ਹੈ। ਉਹ ਜਿਹੜਾ ਸ਼ਕਤੀ ਵਾਲਾ ਸੀ ਨਾ ਗੁਰੂ ਕਾ ਸਿੱਖ, ਉਹ ਫਿਰ ਬੋਲਿਆ ਭਾਈ ਧਰਮ ਸਿੰਘ ਦੇ ਨਾਲ। ਆਖਿਆ ਸਿੰਘਾ ਤੂੰ ਖਲੋ ਕਾਤੋਂ ਗਿਆ, ਅੱਗੇ ਕਿਉਂ ਨਹੀਂ ਚੱਲਦਾ, ਤੇ ਕਿੱਥੇ ਜਾ ਰਿਹਾ ਹੈ, ਕਿਉਂ ਖਲੋ ਗਿਆ ਹੈ, ਤੂੰ ਜਾਣਾ ਕਿੱਥੇ ਹੈ। ਫਿਰ ਉਸ ਸਿੰਘ ਤੋਂ ਇਹ ਗੱਲ ਸੁਣ ਕਰਕੇ ਭਾਈ ਧਰਮ ਸਿੰਘ ਬੋਲਿਆ ਵੀ ਮੈਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਚੱਲਿਆ, ਗੁਰੂ ਜੀ ਦੀ ਸੇਵਾ 'ਚ ਹਾਜ਼ਰ ਹੋਣ ਚੱਲਿਆ, ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਮੇਰੇ ਨਾਲ ਦਾ ਜਿੰਨਾ ਸਾਥ ਹੈ ਨਾ, ਲੰਗਰ ਪਾਣੀ ਤਿਆਰ ਕਰਕੇ ਗੁਰੂ ਤੇ ਗੁਰੂ ਸਾਹਿਬ ਦੇ ਸਿੰਘਾਂ ਵਾਸਤੇ ਭੇਜਿਆ ਹੈ, ਉਹ ਸਾਰਾ ਸਾਥ ਅੱਗੇ ਚਲੇ ਗਿਆ, ਤੇ ਮੈਂ ਤੁਹਾਨੂੰ ਵੇਖ ਕੇ ਖਲੋ ਗਿਆ ਸੀ ਵੀ ਸਿੰਘ ਆਉਂਦਾ ਪਿੱਛੇ, ਤੇ ਨਾਲ ਰਲਾ ਕੇ ਇਕੱਠੇ ਗੱਲਾਂ ਬਾਤਾਂ ਕਰਦੇ ਤੁਰੇ ਜਾਂਦੇ, ਤੁਹਾਨੂੰ ਵੇਖ ਕਰਕੇ ਮੈਂ ਖਲੋ ਗਿਆ ਸਾਂ। ਤੇ ਮੈਂ ਤਾਂ ਆਪਣੀ ਗੱਲ ਦੱਸ ਦਿੱਤੀ ਆ। ਹੁਣ ਸਿੰਘ ਜੀ ਤੁਸੀਂ ਵੀ ਆਪਣਾ ਪ੍ਰਸੰਗ ਦੱਸੋ, ਤੁਸੀਂ ਕੌਣ ਹੋ ਤੇ ਕਿੱਥੇ ਰਹਿੰਦੇ ਹੋ। ਤੇ ਤੁਸੀਂ ਤੇ ਮੈਨੂੰ ਹੈਰਾਨ ਹੀ ਕਰ ਦਿੱਤਾ, ਤੁਸੀਂ ਬੜੇ ਰੰਗ ਬਦਲੇ ਆਪਣੇ ਚੋਲਿਆਂ ਦੇ, ਤੇ ਤੁਸੀਂ ਆਪਣਾ ਪ੍ਰਸੰਗ ਵੀ ਦੱਸੋ। ਤੇ ਤੁਸੀਂ ਬਹੁਤ ਸ਼ਕਤੀ ਵਾਲੇ ਹੋ, ਨਾਲੇ ਗੁਰੂ ਸਾਹਿਬ ਜੀ ਦੇ ਸਿੱਖ ਹੋ ਤੁਸੀਂ, ਤੇ ਤੁਸੀਂ ਕਿੱਥੋਂ ਚੱਲ ਕੇ ਆਏ ਹੋ। ਤੁਸੀਂ ਵੀ ਸਿੰਘ ਜੀ ਦੱਸੋ ਵੀ ਕਿਹੜੇ ਥਾਂ ਤੋਂ ਆਏ ਹੋ ਤੇ ਕਿੱਥੇ ਜਾਣਾ ਹੈ, ਇਹ ਸਾਰੀ ਗੱਲਬਾਤ ਦੱਸ ਦੇਵੋ। ਉਸ ਵੇਲੇ ਉਸ ਸਿੰਘ ਨੇ ਆਖਿਆ ਕਿ ਹੇ ਭਾਈ ਧਰਮ ਸਿੰਘ ਸੁਣ, ਮੈਂ ਹਾਂ ਸ਼ਹੀਦ ਸਿੰਘ। ਉਸ ਸਿੰਘ ਨੇ ਆਖਿਆ ਮੈਂ ਗੁਰੂ ਕਾ ਸਿੰਘ ਵਾਂ, ਜਿਹੜਾ ਜੰਗ ਯੁੱਧ ਦੇ ਵਿੱਚ ਧਰਮ ਯੁੱਧ ਵਿੱਚ ਸ਼ਹੀਦ ਹੋਇਆ, ਤੇ ਸ਼ਹੀਦ ਸਿੰਘ ਵਾਂ ਮੈਂ, ਤੇ ਤੈਨੂੰ ਤਾਂ ਦਰਸ਼ਨ ਦਿੱਤੇ ਆ, ਤੂੰ ਆ ਭਾਈ ਰੂਪੇ ਦਾ ਪੋਤਰਾ।
ਜਿਹੜਾ ਭਾਈ ਰੂਪਾ ਭਾਈ ਸਾਧੂ ਦਾ ਪੁੱਤਰ ਸੀ। ਤੇ ਤੁਹਾਡੇ ਬਜ਼ੁਰਗਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਜ਼ਿਆਦੀ ਸੇਵਾ ਕੀਤੀ। ਆ ਕਈ ਕਹਿ ਦਿੰਦੇ ਨਾ ਅੱਜ ਕੱਲ ਉਂਝ ਹੀ ਲਾਈ ਫਿਰਦੇ ਆ, ਢੋਲਕੀ ਚਿਮਟੇ 'ਚ ਖੜਕਾਈ ਜਾਂਦੇ ਆ, ਨਾ ਨਹਾਉਂਦੇ ਨਾ ਧੋਂਦੇ, ਪਤਾ ਨਹੀਂ ਮਹੀਨਾ ਮਹੀਨਾ ਲੰਘ ਜਾਂਦਾ। ਤੇ ਉਹ ਕਹਿਣਗੇ ਵੀ ਸਾਨੂੰ ਵੀ ਸ਼ਹੀਦ ਸਿੰਘ ਦੇ ਦਰਸ਼ਨ ਹੁੰਦੇ ਆ। ਉਹ ਉਤਰਾ ਤੇਲ ਤੂਲ ਨਹੀਂ ਲਾਉਂਦੇ ਨਾ ਆਪਣੇ ਕੇਸਾਂ ਦੇ ਵਿੱਚ, ਤੇ ਦਿਮਾਗ ਜਿਹਾ ਬੌਰਾ ਜਿਹਾ ਹੋ ਜਾਂਦਾ, ਤੇ ਉਤਰਾ ਹੀ ਝੋਲੇ ਝਾਲੇ ਜੇ ਪੈਂਦੇ ਹੋਣੇ ਕਿਸੇ ਬੰਨਿਓ ਵੀ ਜਿਹੜੇ ਨਾ ਨਹਾਉਣ ਨਾ ਧੋਣ, ਉਹਨਾਂ ਨੂੰ ਸ਼ਹੀਦ ਸਿੰਘਾਂ ਦੇ ਕਿੱਥੋਂ ਦਰਸ਼ਨ ਹੋਣੇ ਆ। ਸ਼ਹੀਦ ਸਿੰਘ ਦੇ ਦਰਸ਼ਨ ਤਾਂ ਉਹਨੂੰ ਦੇ ਆ ਜਿੰਨੇ ਇੰਨੀ ਵੱਡੀ ਸੇਵਾ ਕਮਾਈ ਹੋਵੇ। ਉਹ ਸ਼ਹੀਦ ਸਿੰਘ ਨੇ ਆਖਿਆ ਵੀ ਤੈਨੂੰ ਸਿੰਘਾ ਧਰਮ ਸਿੰਘਾ ਤਾਂ ਦਰਸ਼ਨ ਦਿੱਤਾ ਵਾ, ਤੇਰੇ ਬਜ਼ੁਰਗਾਂ ਨੇ ਬੜੀ ਸੇਵਾ ਕਮਾਈ ਆ, ਤੁਸੀਂ ਵੀ ਸੇਵਾ ਕਰਦੇ ਹੋ, ਪਰ ਤੁਹਾਡੀ ਬੜੀ ਵੱਡੀ ਘਾਲਣਾ ਵਾ ਤੁਹਾਡੇ ਭਾਈ ਰੂਪਚੰਦ ਦੀ ਤੇ ਭਾਈ ਸਾਧੂ ਦੀ, ਇਸ ਕਰਕੇ ਦਰਸ਼ਨ ਦਿੱਤੇ ਆ। ਅੱਜ ਕੱਲ ਤੇ ਜਣਾ ਖਣਾ ਹੀ ਕਹਿ ਦਿੰਦਾ ਬਾਬੇ ਦੀਪ ਸਿੰਘ, ਤੇ ਉਹਦੇ ਉਰੇ ਦੀ ਗੱਲ ਕਰਦੇ ਹੀ ਨਹੀਂ ਨਾ। ਕਹਿੰਦੇ ਵੀ ਬਾਬਾ ਦੀਪ ਸਿੰਘ ਸ਼ਹੀਦ ਦੇ ਦਰਸ਼ਨ ਹੋਏ ਆ। ਜਿੰਨੇ ਆਪਦੀ ਉਹ ਚੌਂਕੀ ਜੀ ਚਲਾਉਣੀ ਹੁੰਦੀ ਨਾ ਤੇ ਲੋਕਾਂ ਵਹਿਮੀਆਂ ਨੂੰ ਮਗਰ ਲਾਉਣਾ ਹੁੰਦਾ, ਉਹ ਬਾਬੇ ਦੀਪ ਸਿੰਘ ਦੇ ਅੱਪੜ ਜਾਂਦਾ ਵੀ ਬਾਬਾ ਦੀਪ ਸਿੰਘ 18 ਸੇਰ ਦਾ ਖੰਡਾ ਖੜਕਾਉਣ ਵਾਲਾ, 1.25 ਮਣ ਦਾ ਉਹਦਾ ਸਾਰੇ ਸ਼ਸਤਰ ਸੀ ਜਿੰਨਾ ਬਾਬਾ ਆਪਣੇ ਸਰੀਰ ਤੇ ਰੱਖਦਾ ਸੀ। ਤੇ ਇੰਨੀ ਬੰਦਗੀ, 4 ਗੁਰਬਾਣੀ ਦੇ ਸਰੂਪ ਲਿਖੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 4 ਤਖਤਾਂ ਤੇ ਅੱਜ ਵੀ ਪ੍ਰਕਾਸ਼ਮਾਨ ਹੁੰਦੇ ਆ। ਤੇ ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ, 5 ਗ੍ਰੰਥੀ ਦਾ ਬਾਬਾ ਜੀ ਨੇ ਨਿਤਨੇਮ ਕਰਨਾ, 10 ਗ੍ਰੰਥੀ ਦਾ ਨਿਤਨੇਮ ਕਰਨਾ, ਇੰਨੇ ਸਿੰਘਾਂ ਨੂੰ ਅੱਗੇ ਸੰਥਿਆ ਕਰਵਾਈ। ਉਹ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਮਹਾਂਪੁਰਖ ਹੈ, ਤੇ ਉਹ ਜਣੇ ਖਣੇ ਨੂੰ ਆ ਕੇ ਦਰਸ਼ਨ ਦੇ ਦੂਗਾ ਬਾਬਾ ਦੀਪ ਸਿੰਘ। ਤੋ ਇਸ ਕਰਕੇ ਇਹ ਤੇ ਕਿਤੇ ਭਾਗਾਂ ਵਾਲੇ ਨੂੰ, ਕੋਈ ਬੰਦਗੀ ਵਾਲੇ ਨੂੰ ਕਿਤੇ ਸ਼ਹੀਦ ਸਿੰਘ ਦੇ ਦਰਸ਼ਨ ਹੁੰਦੇ। ਉਹ ਸ਼ਹੀਦ ਸਿੰਘ ਕਹਿਣ ਲੱਗਾ ਵੀ ਤੁਹਾਡੇ ਵੱਡਿਆਂ ਨੇ, ਬਜ਼ੁਰਗਾਂ ਨੇ, ਭਾਈ ਰੂਪਚੰਦ ਜੀ ਨੇ, ਭਾਈ ਸਾਧੂ ਜੀ ਨੇ, ਭਾਈ ਸਾਧੂ ਜੀ ਦਾ ਦੂਜਾ ਨਾਮ ਇੱਥੇ ਭਾਈ ਸੱਧੂ ਜੀ ਵੀ ਆਉਂਦਾ, ਵੀ ਉਹਨਾਂ ਨੇ ਬਹੁਤ ਵੱਡੀ ਸੇਵਾ ਕਮਾਈ ਹੈ। ਪੁੱਛਿਆ ਸੀ ਨਾ ਭਾਈ ਧਰਮ ਸਿੰਘ ਨੇ ਵੀ ਸਿੰਘ ਜੀ ਦੱਸੋ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਚੱਲੇ ਹੋ? ਉਹ ਸ਼ਹੀਦ ਸਿੰਘ ਨੇ ਆਖਿਆ ਅਸੀਂ ਸਾਰੇ ਦੇਸ਼ਾਂ 'ਚ ਵਿਚਰਦੇ ਹਾਂ। ਸ਼ਹੀਦ ਸਿੰਘ ਜਿੱਥੇ ਮਰਜੀ ਜਾ ਸਕਦਾ, ਲੋਕ 'ਚ ਵੀ ਤੇ ਪਰਲੋਕ 'ਚ ਵੀ, ਸੱਚਖੰਡ 'ਚ ਵੀ, ਜਿੱਥੇ ਮਰਜੀ। ਉਹਨੂੰ ਖੁੱਲੇ ਰਸਤੇ ਉਹਦੇ, ਕਿਉਂਕਿ ਉਹਨੇ ਸੇਵਾ ਬੜੀ ਵੱਡੀ ਕੀਤੀ ਨਾ। ਉਹ ਧਰਮ ਵਾਸਤੇ ਕੁਰਬਾਨ ਹੋਇਆ। ਉਹ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ ਖੇਤ, ਕੁਰਬਾਨੀ ਕੀਤੀ ਉਹਨਾਂ ਸਿੰਘਾਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ। ਤੇ ਆਖਿਆ ਵੀ ਤੁਸੀਂ ਬਹੁਤ ਵੱਡੀ ਸੇਵਾ ਕਮਾਈ ਤੁਹਾਡੇ ਬਜ਼ੁਰਗਾਂ ਨੇ। ਇਸ ਕਰਕੇ ਗੁਰੂ ਘਰ ਦੇ ਸੇਵਾਦਾਰ ਪੀੜ੍ਹੀਆਂ ਤੋਂ ਜਾਣ ਕੇ ਤਾਂ ਸਿੱਖ ਜਾਣ ਦੀਨਸ ਦਰਸ਼, ਤੁਹਾਨੂੰ ਸਿੱਖ ਜਾਣ ਕੇ ਗੁਰੂ ਕਾ ਤਾਂ ਦਰਸ਼ਨ ਦਿੱਤਾ ਹੈ। ਤੇ ਅਸੀਂ ਸਾਰੇ ਥਾਵਾਂ ਤੇ ਵਿਚਰਦੇ ਹਾਂ, ਸਾਨੂੰ ਕੋਈ ਰੋਕ ਟੋਕ ਨਹੀਂ ਹੈ। ਤੇ ਸਾਨੂੰ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਬਲ ਬਖਸ਼ਿਆ। ਅਸੀਂ ਬਹੁਤ ਬਲ ਵਾਲੇ ਹਾਂ, ਕਿਉਂਕਿ ਗੁਰੂ ਦੇ ਮਾਣ ਤੇ ਸ਼ਹੀਦ ਸਿੰਘ ਇਹ ਗੱਲ ਕਹਿ ਰਿਹਾ, ਵਡਿਆਈ ਤੇ ਗੁਰੂ ਦੀ ਕਰ ਰਿਹਾ ਨਾ। ਇਹ ਨਹੀਂ ਕਹਿੰਦਾ ਵੀ ਬਿਨਾਂ ਗੁਰੂ ਸਾਹਿਬ ਤੋਂ ਕਿਤੇ ਸਾਡੇ 'ਚ ਬਲ। ਉਹ ਕਹਿੰਦਾ ਵੀ ਗੁਰੂ ਸਾਹਿਬ ਨੇ ਸਾਨੂੰ ਬਲੀ ਬਣਾਇਆ ਤੇ ਅਸੀਂ ਵਿਸ਼ੇਸ਼ ਕਰਕੇ ਗੁਰੂ ਸਾਹਿਬ ਦੇ ਪਾਸ ਹੀ ਰਹਿੰਦੇ ਹਾਂ। ਉਂਝ ਸਾਨੂੰ ਰੋਕ ਟੋਕ ਨਹੀਂ, ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ, ਪਰ ਅਸੀਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਰਹਿੰਦੇ ਹਾਂ। ਤੇ ਉਹਨੇ ਆਖਿਆ ਮੇਰੇ ਵਰਗੇ ਲੱਖਾਂ ਸ਼ਹੀਦ ਸਿੰਘ ਆ, ਤੇ ਬਹੁਤ ਵੱਡੀ ਸਮਰੱਥਾ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤੀ ਹੈ। ਫਿਰ ਉਹਨੇ ਆਖਿਆ ਵੀ 5000 ਸ਼ਹੀਦ ਸਿੰਘਾਂ ਦੀ ਵਾਰੋ ਵਾਰੀ ਸੇਵਾ ਲੱਗਦੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ 'ਚ। 5000 ਸ਼ਹੀਦ ਸਿੰਘ ਹਰ ਮੌਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ 'ਚ ਹਾਜ਼ਰ ਰਹਿੰਦਾ। ਮੇਰੇ ਵਰਗੇ ਉਹਨੇ ਆਖਿਆ ਜਿਹੜੇ 5000 ਆ ਨਾ, ਉਹ ਵਾਰੀ ਵਾਰੀ ਜਿਹੜੇ ਆ ਉਹ ਹਜ਼ੂਰੀ ਦੀ ਸੇਵਾ ਨਿਭਾਉਂਦੇ, ਮਹਾਰਾਜ ਸਾਹਿਬ ਜੀ ਦੇ ਆਲੇ ਦੁਆਲੇ ਰਹਿ ਕੇ ਪਹਿਰਾ ਦਿੰਦੇ ਹਨ। ਜਿੱਥੇ ਗੁਰੂ ਕਾ ਪਲੰਗ ਹੁੰਦਾ ਨਾ ਸਤਿਗੁਰੂ ਜੀ ਦਾ, ਉੱਥੇ ਰਾਤ ਵੀ ਸਾਰੀ ਰਾਤ, ਦਿਨੇ ਵੀ ਸਾਰਾ ਦਿਨ ਚੌਂਕੀ ਦਿੰਦੇ ਆ। ਚੌਕੀ ਚੌਗਿਰਦ ਹਮਾਰੇ, 4 ਚੁਫੇਰੇ ਪਹਿਰਾ ਦੇਣੇ ਆ, ਚੌਂਕੀ ਰੱਖਦੇ ਹਾਂ।
ਤੇ ਬਾਕੀ ਵੀ ਜਿੰਨੇ ਆ 5000 ਤੇ ਅਸੀਂ ਪਹਿਰਾ ਦਿੰਨੇ ਆ ਗੁਰੂ ਸਾਹਿਬ ਜੀ ਦੇ ਪਲੰਘੇ ਦੇ ਆਲੇ ਦੁਆਲੇ, ਤੇ ਬਾਕੀ ਜਿੰਨੇ ਲੱਖਾਂ ਸ਼ਹੀਦ ਸਿੰਘ ਵਾ ਉਹ ਵੀ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਹੀ ਰਹਿੰਦੇ ਆ। ਪ੍ਰਭ ਕੇ ਢਿੱਗ ਹੇਰੀ, ਗੁਰੂ ਪਰਮੇਸ਼ਰ ਦੀ ਤਰਫ ਵੇਖਦੇ ਰਹਿੰਦੇ ਸਾਰੇ ਸ਼ਹੀਦ ਸਿੰਘ ਵੀ ਮਹਾਰਾਜ ਕੋਈ ਆਗਿਆ ਦੇਣ, ਕੋਈ ਸੇਵਾ ਦੇਣ ਤੇ ਉਹ ਅਸੀਂ ਸੇਵਾ ਕਰੀਏ, ਜਿਹੜੀ ਆਗਿਆ ਦੇਣ। ਉਹਨਾਂ ਨੇ ਉੱਥੇ ਹੀ ਰਹਿਣਾ ਜਿੱਥੇ ਗੁਰੂ ਸਾਹਿਬ ਜੀ ਨੇ ਰੱਖਣਾ, ਜਿੱਥੇ ਕਹਿਣਾ ਇੱਥੇ ਖਲੋਤੇ ਰਹੋ, ਬੈਠੇ ਰਹੋ, ਆ ਸੇਵਾ ਕਰੋ। ਭਾਵੇਂ ਸੱਚਖੰਡ 'ਚ ਰੱਖਣ ਸੱਚਖੰਡ 'ਚ, ਮਾਤ ਲੋਕ ਤੇ ਰੱਖਣ ਤੇ ਮਾਤ ਲੋਕ ਤੇ ਰਹਿੰਦੇ। ਤੇ ਜੇ ਮਹਾਰਾਜ ਸਾਹਿਬ ਆਗਿਆ ਦੇਣ ਵੀ ਤੁਸੀਂ ਹੁਣ ਫੇਰ ਜਨਮ ਧਾਰੋ, ਕਿਸੇ ਮਾਤਾ ਪਿਤਾ ਨੂੰ ਵਡਿਆਈ ਦੇਣੀ ਹੋਵੇ ਤੇ ਉਧਰ ਨੂੰ ਵੀ ਮਹਾਰਾਜ ਘੱਲ ਦਿੰਦੇ। ਸ਼ਹੀਦ ਸਿੰਘ ਉਹ ਪੁਰਾਤਨ ਹੀ ਜਿਹੜੇ ਹਨ ਉਹ ਫੇਰ ਆਉਂਦੇ ਰਹਿੰਦੇ ਸੰਸਾਰ ਵਿੱਚ ਜਨਮ ਲੈ ਕਰਕੇ, ਪਰ ਆਪਣੇ ਆਪ ਨਹੀਂ, ਉਂਝ ਜੋ ਜਨਮ ਮਰਨ ਤੋਂ ਬਾਹਰੇ ਹੁੰਦੇ ਆ। ਭਗਤ ਸੰਤ ਸ਼ਹੀਦ ਜਨਮ ਮਰਨ ਵਿੱਚ ਨਹੀਂ ਹੁੰਦੇ, ਪਰ ਗੁਰੂ ਕੀ ਜਦੋਂ ਆਗਿਆ ਹੋ ਜਾਵੇ ਤੇ ਪਰਉਪਕਾਰ ਕਰਨ ਵਾਸਤੇ ਆ ਜਾਂਦੇ ਆ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰਉਪਕਾਰੀ ਆਏ। ਉਂਝ ਜਨਮ ਮਰਨ ਦਾ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਗੁਰਮੁਖ ਸੱਦੇ ਜਾਨ ਆਵਣ ਘੱਲਿਆ, ਜਦੋਂ ਮਹਾਰਾਜ ਸੱਦਦੇ ਉਦੋਂ ਚਲੇ ਜਾਂਦੇ, ਜਦੋਂ ਘੱਲਦੇ ਆ ਉਦੋਂ ਫਿਰ ਆਉਣਾ ਪੈਂਦਾ। ਉਹ ਸੇਵਾ 'ਚ ਹਾਜ਼ਰ। ਕਹਿੰਦੇ ਹਰ ਵੇਲੇ ਪ੍ਰਭੂ ਸਤਿਗੁਰੂ ਜੀ ਦੇ ਅਨੁਸਾਰ ਹੋ ਕੇ ਸਤਿਗੁਰੂ ਜੀ ਦੇ ਹੁਕਮ ਦੀ ਉਡੀਕ ਕਰਦੇ ਰਹਿੰਦੇ ਹਾਂ। ਤੇ ਜਿਵੇਂ ਗੁਰੂ ਸਾਹਿਬ ਜੀ ਆਗਿਆ ਕਰਨ ਉਸੇ ਵੇਲੇ ਹੀ ਉਹ ਅਸੀਂ ਗੁਰੂ ਕੀ ਆਗਿਆ ਦਾ ਪਾਲਣ ਕਰਕੇ ਉਹ ਕੰਮ ਕਰ ਦਿੰਦੇ ਹਾਂ। ਇਹ ਮਹਾਨ ਗੁਰੂ ਕੇ ਸਿੱਖਾ ਧਰਮ ਸਿੰਘਾ, ਉਹਨਾਂ ਲੱਖਾਂ ਸ਼ਹੀਦ ਸਿੰਘਾਂ ਦੇ ਵਿੱਚੋਂ ਇੱਕ ਮੈਂ ਵੀ ਉਹਨਾਂ ਦਾ ਸਾਥੀ ਹਾਂ। ਧਰਮ ਸਿੰਘ ਕੇ ਭਰਮ ਮਨਪੂਰਬ ਬਹੁ ਤੇਰਾ, ਭਾਈ ਧਰਮ ਸਿੰਘ ਦੇ ਹਿਰਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਭਰਮ ਪੈ ਗਿਆ ਸੀ। ਇਹ ਸਾਰੀ ਇਹ ਕਲਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਰਤਾਈ ਆ। ਇੱਕ ਸ਼ਹੀਦ ਸਿੰਘ ਨੂੰ ਆਖਿਆ ਵੀ ਜਾ ਮੜਾ ਦਰਸ਼ਨ ਦੇ ਕੇ ਆ ਧਰਮ ਸਿੰਘ ਨੂੰ, ਵੀ ਸਾਡੇ ਉੱਤੇ ਸ਼ੰਕਾ ਕਰੀ ਫਿਰਦਾ ਵੀ ਗੁਰੂ ਗੋਬਿੰਦ ਸਿੰਘ ਦੇ ਵਿੱਚ ਕੀ ਸਮਰੱਥਾ ਨਹੀਂ ਹੈਗੀ ਪਹਿਲੇ ਗੁਰੂ ਸਾਹਿਬਾਂ ਵਰਗੀ। ਵੀ ਆਨੰਦਪੁਰ ਸਾਹਿਬ ਉੱਜੜ ਗਿਆ, ਦੌਲਤ ਸਾਰੀ ਲੁੱਟੀ ਗਈ, ਖਜ਼ਾਨਾ ਸਭ ਸਮਾਪਤ ਹੋ ਗਿਆ, ਪੁੱਤਰ ਸ਼ਹੀਦ ਹੋ ਗਏ, ਵੀ ਮਹਾਰਾਜ ਸਾਹਿਬ ਜੀ ਦੇ ਵਿੱਚ ਤਾਕਤ ਹੀ ਹੈ ਨਹੀਂ ਗੀ। ਉਹ ਭੁਲੇਖਾ ਦੂਰ ਕਰਨ ਵਾਸਤੇ ਫਿਰ ਇਹ ਕੌਤਕ ਰਚਿਆ ਮਹਾਰਾਜ ਨੇ। ਉਹ ਸ਼ਹੀਦ ਸਿੰਘ ਨੇ ਆਖਿਆ ਵੀ ਉਹਨਾਂ ਲੱਖਾਂ ਸ਼ਹੀਦਾਂ ਸਿੰਘਾਂ ਵਿੱਚੋਂ ਇੱਕ ਮੈਂ ਵੀ ਆ। ਤੇ ਫਿਰ ਜਿਹੜਾ ਧਰਮ ਸਿੰਘ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਭਰਮ ਪੈ ਗਿਆ ਸੀ, ਭੁਲੇਖਾ ਪੈ ਗਿਆ ਸੀ ਕਿ ਗੁਰੂ ਸਾਹਿਬ ਤੇ ਸਭ ਤਰ੍ਹਾਂ ਕਰਕੇ ਸਮਰੱਥ ਵਾ, ਸਰਵ ਸ਼ਕਤੀਮਾਨ, ਤੇ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਹੀ ਕਿਉਂ ਨਿਬੇੜ ਦਿੱਤਾ, ਆਪਣਾ ਪਰਿਵਾਰ ਸਾਰਾ ਖਤਮ ਕਿਉਂ ਕਰਵਾ ਲਿਆ। ਇੱਕ ਪੁੱਤਰ ਵੀ ਨਹੀਂ ਜਿਉਂਦਾ ਰੱਖ ਸਕੇ ਗੁਰੂ ਸਾਹਿਬ ਜੀ, ਸਾਰੀ ਐਸ਼ਵਰਜ ਵਿਭੂਤੀ ਵੀ ਨਾਸ ਕਰ ਦਿੱਤੀ। ਤੇ ਗੁਰੂ ਸਾਹਿਬ ਯਤਨ ਕਰਕੇ ਇਕੱਲੇ ਹੀ ਬਚੇ ਆ, ਬੜੇ ਯਤਨਾਂ ਦੇ ਨਾਲ ਇਕੱਲੇ ਬਚ ਕੇ ਇਧਰ ਜੰਗਲ ਦੇਸ਼ ਨੂੰ ਮਾਲਵੇ ਵੱਲ ਨੂੰ ਆਏ ਹਨ। ਹੁਣ ਇਹ ਜਿਹੜਾ ਸੰਸਾ ਹੈ ਨਾ ਮਨ ਵਿੱਚ ਬੈਠਾ ਹੋਇਆ ਸੀ ਭਾਈ ਧਰਮ ਸਿੰਘ ਦੇ, ਉਸ ਸ਼ਹੀਦ ਸਿੰਘ ਤੋਂ ਪੁੱਛਣ ਲੱਗਾ ਕਿ ਗੁਰੂ ਸਾਹਿਬ ਦੀ ਇੰਨੀ ਵੱਡੀ ਸਮਰੱਥਾ ਤੇ ਇਹ ਕਿਉਂ ਹੋਇਆ ਸਾਰਾ ਕੁਝ। ਉਹ ਮਨ ਵਿੱਚ ਜਿਹੜਾ ਸ਼ੰਕਾ ਸੀ ਉਹ ਪੁੱਛਦਾ ਹੈ ਭਾਈ ਧਰਮ ਸਿੰਘ। ਕਹਿੰਦਾ ਸ਼ਹੀਦ ਸਿੰਘਾ, ਜੇ ਤੁਹਾਡੇ ਵਰਗੇ ਲੱਖਾਂ ਸ਼ਹੀਦ ਸਿੰਘ ਸ਼ਕਤੀ ਵਾਲੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਰਹਿੰਦੇ ਆ, ਪਹਿਰਾ ਦਿੰਦੇ ਹਨ, ਤੇ ਤੁਸੀਂ ਇੰਨੇ ਕੀ ਕਰਦੇ ਜੇ ਮਹਾਰਾਜ ਦੇ ਪਾਸ। ਗੁਰੂ ਸਾਹਿਬ ਜੀ ਨੇ ਜੰਗ ਕੀਤਾ ਤੇ ਸਤਿਗੁਰੂ ਸਾਹਿਬ ਜੀ ਦਾ ਕੋਈ ਵੀ ਸਾਜੋ ਸਮਾਨ ਤੇ 4 ਪੁੱਤਰਾਂ ਚੋਂ ਇੱਕ ਪੁੱਤਰ ਵੀ ਨਹੀਂ ਤੁਸੀਂ ਬਚਾ ਸਕੇ। ਫਿਰ ਤੁਸੀਂ ਕੀ ਮਹਾਰਾਜ ਦੇ ਪਾਸ ਰਹਿ ਕਰਕੇ ਕਰਦੇ ਹੋ। ਤੇ ਜੰਗ ਦੇ ਵਿੱਚ ਪੁੱਤਰ ਵੀ ਗੁਰੂ ਕੇ ਸ਼ਹੀਦ ਹੋ ਗਏ, ਧਨ ਦੌਲਤ ਵੀ ਖਤਮ ਹੋ ਗਈ, ਤੇ ਤੁਸੀਂ ਫਿਰ ਕੀ ਨਾਲ ਪਹਿਰਾ ਦੇ ਰਹੇ ਹੋ। ਭਾਈ ਧਰਮ ਸਿੰਘ ਕਹਿੰਦਾ ਵੀ ਸ਼ਹੀਦ ਸਿੰਘ ਜੀ ਦੱਸੋ, ਮੇਰੇ ਮਨ ਵਿੱਚ ਤਾਂ ਬਹੁਤ ਵੱਡਾ ਸ਼ੰਕਾ, ਬਹੁਤ ਵੱਡਾ ਸੰਦੇਹ ਆ ਵੀ ਇਹਦੇ ਵਿੱਚ ਕੀ ਕਾਰਨ ਹੈ, ਕਿਉਂ ਨਹੀਂ ਤੁਸੀਂ ਕੁਝ ਕੀਤਾ। ਏਡੇ ਏਡੇ ਸ਼ਕਤੀ ਵਾਲੇ ਸ਼ਹੀਦ ਸਿੰਘ ਇੰਨੀ ਗਿਣਤੀ 'ਚ ਗੁਰੂ ਸਾਹਿਬ ਦੇ ਪਾਸ ਹੋਵੋ ਤੇ ਕਿਉਂ ਨਹੀਂ ਤੁਸੀਂ ਕੋਈ ਮਦਦ ਕੀਤੀ, ਕਿਉਂ ਨਹੀਂ ਕੋਈ ਸੇਵਾ ਕੀਤੀ।
ਦੁਖ ਬਰੇਂਦਰਾ ਮਟ ਕਰ ਬੜ ਸੰਕਟ ਦੇਹੂ। ਤੇ ਤੁਰਕਾਂ ਨੇ ਬਹੁਤ ਗਿਣਤੀ ਦੇ ਵਿੱਚ ਵੱਡਾ ਜੰਗ ਮੰਡ ਕਰਕੇ ਤੇ ਸਤਿਗੁਰੂ ਜੀ ਨੂੰ ਬਹੁਤ ਸੰਕਟ ਦਿੱਤਾ ਹੈ। ਤਬ ਸ਼ਹੀਦ ਸਿੰਘ ਬਚ ਕਹੇ ਅਲਪਾਕ ਜੇ ਪ੍ਰਾਣੀ। ਤਾਂ ਉਸ ਵੇਲੇ ਸ਼ਹੀਦ ਸਿੰਘ ਨੇ ਬਚਨ ਕੀਤਾ ਵੀ ਜਿਹੜਾ ਥੋੜੀ ਬੁੱਢੀ ਵਾਲੀ ਅਲਪੱਗ ਵਣ, ਇਹ ਮਾਤਲੋਕ ਦੇ ਪ੍ਰਾਣੀ ਥੋੜੀ ਜੀ ਸਮਝ ਵਾਲੇ। ਗੁਰ ਸਰਬੱਤ ਕ੍ਰਿਤ ਕੋ ਕਿਉ ਸਕੈ ਪਛਾਨੀ। ਇਸ ਕਰਕੇ ਇਹ ਅਲਪੱਗ ਜੀਵ, ਅਣਜਾਣ ਜੀਵ, ਥੋੜੀ ਮਤ ਵਾਲੇ ਜੀਵ ਸਰਬ ਸ਼ਕਤੀਮਾਨ ਸਰਬ ਗਿਆਤਾ ਸਤਿਗੁਰੂ ਜੀ ਦੀ ਕਿਰਤ ਨੂੰ ਨਹੀਂ ਸਮਝ ਸਕਦੇ। ਗੁਰੂ ਸਾਹਿਬ ਜੀ ਸਰਬ ਸ਼ਕਤੀਮਾਨ ਵਾ, ਸਰਬ ਕਲਾ ਸਮਰੱਥ ਵਾ। ਗੁਰੂ ਸਾਹਿਬ ਜੀ ਦੀ ਕਿਰਤ ਨੂੰ ਇਹ ਅਣਜਾਣ ਜੀਵ ਨਹੀਂ ਸਮਝ ਸਕਦੇ। ਇਹ ਗੱਲ ਸ਼ਹੀਦ ਸਿੰਘ ਨੇ ਆਖੀ ਹੈ। ਪੁੰਨ ਤੁਰਕਨ ਕੀ ਜਨਾ ਬੜ ਸਿਟ ਰਾਜ ਵਿਸਾਲੇ। ਇਹ ਜੋ ਗੁਰੂ ਸਾਹਿਬ ਜੀ ਨੇ ਕੌਤਕ ਰੰਭਿਆ ਹੈ, ਮਹਾਰਾਜ ਸਾਹਿਬ ਜੀ ਨੇ, ਗੁਰੂ ਸਾਹਿਬ ਜੀ ਦਾ ਭਾਣਾ ਹੈ। ਸਤਿਗੁਰਾਂ ਨੇ ਇਸੇ ਤਰ੍ਹਾਂ ਹੀ ਕਰਨਾ ਸੀ। ਸਾਨੂੰ ਮਹਾਰਾਜ ਸਾਹਿਬ ਜੀ ਨੇ ਇਹ ਆਗੇ ਹੀ ਕਰ ਦਿੱਤੀ ਵੀ ਤੁਸੀਂ ਇਹ ਸਾਡੇ ਭਾਣੇ ਵਿੱਚ ਨਹੀਂ ਦਖਲਅੰਦਾਜ਼ੀ ਦੇਣੀ, ਕਿ ਅਸੀਂ ਇਸ ਤਰ੍ਹਾਂ ਇਹ ਜਿਹੜਾ ਭਾਣਾ ਵਰਤਾ ਰਹੇ ਹਾਂ ਇਹ ਤੁਰਕਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਕਰ ਰਹੇ ਹਾਂ। ਬਹੁਤ ਅਪਰਾਧ ਕਰਾਏ ਕਰ ਕੇ ਮੂਰਖ ਚਾਲੇ। ਪੁੰਨ ਤੁਰਕਨ ਕੀ ਜੜ੍ਹਾਂ ਵੱਡ ਛਿਤ ਰਾਜ ਵਿਸਾਲੇ। ਵੀ ਇਹ ਜਿਹੜਾ ਤੁਰਕਾਂ ਦੀਆਂ ਬਹੁਤ ਜ਼ਿਆਦੀਆਂ ਜੜ੍ਹਾਂ ਲੱਗੀਆਂ ਹੋਈਆਂ ਨਾ, ਬਹੁਤ ਵੱਡਾ ਧਰਤੀ ਦੇ ਉੱਤੇ ਰਾਜ ਕਰ ਰਹੇ ਆ। ਫਿਰ ਰਾਜ ਭਾਗ ਕਰਦਿਆਂ ਹੋਏ ਆ ਤੇ ਬਹੁਤ ਇਹਨਾਂ ਨੇ ਅਪਰਾਧ ਕੀਤੇ ਆ। ਇਸ ਕਰਕੇ ਇਹਨਾਂ ਨੇ ਜਿਹੜੇ ਅਪਰਾਧ ਕੀਤੇ ਆ ਉਹ ਪਾਪ ਕਰਨ ਦੇ ਨਾਲ ਇਹਨਾਂ ਨੂੰ ਝੂਠੇ ਕਰ ਦਿੱਤਾ। ਇਹ ਖੋਟੀਆਂ ਚਾਲਾਂ ਤੁਰਕਾਂ ਨੇ ਚੱਲੀਆਂ ਤੇ ਧਰਮੀਆਂ ਦੇ ਉੱਤੇ ਜ਼ੁਲਮ ਕੀਤਾ। ਇਸ ਕਰਕੇ ਇਹਨਾਂ ਨੂੰ ਇਹਨਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ ਮਹਾਰਾਜ ਨੇ ਝੂਠੇ ਕੀਤਾ ਹੈ। ਤਿਲ ਕੋ ਤੇਜ ਬਿਨਾਸਲੇ ਐਸੀ ਕ੍ਰਿਤ ਠਾਨੀ। ਤੇ ਇਹਨਾਂ ਦੇ ਉਹ ਤੇਜ ਨੂੰ, ਰਾਜ ਭਾਗ ਨੂੰ ਨਾਸ਼ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਐਸੀ ਕਿਰਤ ਜਿਹੜੀ ਇਹ ਕੀਤੀ ਹੈ। ਉੱਠ ਜਾਏ ਸਗਰੀ ਸੁਪਾਵੇ ਤੇਜ ਪ੍ਰਵਾਨੀ। ਸ਼ਹੀਦ ਸਿੰਘ ਭਾਈ ਧਰਮ ਸਿੰਘ ਜੀ ਨੂੰ ਦੱਸ ਰਿਹਾ ਹੈ ਕਿ ਇਹਨਾਂ ਦੀ ਸਾਰੀ ਜਿਹੜਾ ਰਾਜ ਭਾਗ ਹੈ ਨਾ, ਉਹ ਤੁਰਕਾਂ ਦੀਆਂ ਸਫਾ ਉੱਠ ਜਾਣੀਆਂ ਹੁਣ। ਇਹਨਾਂ ਦਾ ਰਾਜ ਭਾਗ ਸਮਾਪਤ ਹੋ ਜਾਣਾ, ਜੜ੍ਹਾਂ ਪੁੱਟੀਆਂ ਜਾਣੀਆਂ। ਇਹਨਾਂ ਜਿਹੜੇ ਤੇਜ ਵਾ ਨਾ ਉਹ ਨਾਸ ਹੋ ਜਾਵੇਗਾ, ਰਾਜ ਦਾ ਤੇਜ। ਦੁੰਦੁਕ ਵਜੇ ਨ ਤੁੰਗ ਕੇ ਤਵ ਤਲ ਕਿਉ ਹੋਵੇ। ਹੁਣ ਤਾਂ ਇਹਨਾਂ ਦਾ ਤੇਜ ਤਪ ਘਟਦਾ ਘਟਦਾ ਖਤਮ ਹੋ ਜਾਣਾ। ਇਹਨਾਂ ਦਾ ਦਲ ਕੀ ਇਕੱਠਾ ਹੋਣਾ, ਇਹਨਾਂ ਦਾ ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਰਹਿਣਾ। ਰਾਜ ਧਰਾ ਪਰ ਜਿਸੀ ਕੋ ਕਹਿ ਜੈ ਕਹਿ ਸਭ ਜੋਵੇ। ਜਿੱਥੇ ਕਿੱਥੇ ਇਹਨਾਂ ਦਾ ਰਾਜ ਵੇਖਿਆ ਜਾਂਦਾ ਸੀ, ਸਭ ਪਾਸੇ ਲੋਕ ਇਹਨਾਂ ਤੁਰਕਾਂ ਦਾ ਹੀ ਰਾਜ ਵੇਖਦੇ ਸਨ। ਤੇ ਆਦਿਕ ਕਾਰਨ ਕਲੇ ਕੋ ਸਕੇ ਪਛਾਨੇ। ਇਸ ਤੋਂ ਆਦਿਕ ਕਈ ਕਾਰਨ ਵਾ ਜਿਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਸਾਰਾ ਕੌਤਕ ਰੰਭਿਆ। ਇਹ ਤੁਰਕਾਂ ਦੇ ਜ਼ੁਲਮ ਰਾਜ ਨੂੰ ਪੁੱਟਣ ਵਾਸਤੇ, ਇਹਨਾਂ ਨੂੰ ਝੂਠੇ ਕਰਨ ਵਾਸਤੇ, ਇਹਨਾਂ ਦਾ ਤੇਜ ਖਤਮ ਕਰਨ ਵਾਸਤੇ। ਇਸ ਕਰਕੇ ਇਹਨਾਂ ਨੇ ਧਰਮੀਆਂ ਦੇ ਉੱਤੇ ਜ਼ੁਲਮ ਕੀਤਾ। ਹੁਣ ਇਹਨਾਂ ਦਾ ਰਾਜ ਤੇ ਸਮੇਤ ਇਹਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ। ਤੇ ਇਹਦੇ ਤੋਂ ਆਦਿਕ ਹੋਰ ਵੀ ਕਈ ਕਾਰਨ, ਹੋਰ ਕਾਰਨ ਵੀ ਸਿੱਖਾਂ ਨੂੰ ਵੀ ਦੱਸਣਾ ਹੈ ਵੀ ਇਸ ਤਰੀਕੇ ਨਾਲ ਭਾਣਾ ਮੰਨੀਦਾ ਹੈ, ਇਸ ਤਰੀਕੇ ਨਾਲ ਜ਼ਬਰ ਤੇ ਜ਼ੁਲਮ ਦਾ ਟਾਕਰਾ ਕਰੀਦਾ ਹੈ। ਵੀਰ ਰਸ ਦੇ ਨਾਲ ਵੀ, ਜਿਵੇਂ 8 ਪੋਹ ਨੂੰ ਜੰਗ ਕੀਤਾ, ਵੱਡੇ ਪੁੱਤਰ ਸ਼ਹੀਦ ਕਰਾਏ, ਵੀ ਇਸ ਤਰ੍ਹਾਂ ਜੰਗ ਯੁੱਧ ਵਿੱਚ ਵੀ ਕੁਰਬਾਨੀਆਂ ਕਰਨੀਆਂ ਪੈਂਦੀਆਂ। ਇਹ ਵੀ ਸਿਖਾਉਣਾ ਸੀ ਆਪਣੀ ਕੌਮ ਨੂੰ। ਤੇ ਛੋਟੇ ਸਾਹਿਬਜ਼ਾਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਹੋਇਆਂ ਸ਼ਹੀਦ ਕਰਵਾਏ। ਉਹਨਾਂ ਨੇ ਇਹ ਦੱਸ ਦਿੱਤਾ ਵੀ ਜ਼ਬਰ ਦਾ ਮੁਕਾਬਲਾ ਸਬਰ ਤੇ ਸ਼ਾਂਤੀ ਨਾਲ ਬਾਣੀ ਪੜ੍ਹਦਿਆਂ ਨੀਹਾਂ 'ਚ ਖਲੋ ਕੇ ਇੰਜ ਕਰੀਦਾ ਹੈ। ਇਹ ਸਿੱਖਿਆ ਦੇਣੀ ਸੀ। ਇਹ ਪੂਰਨੇ ਪਾਏ ਮਹਾਰਾਜ ਨੇ ਕੁਰਬਾਨੀਆਂ ਕਰਕੇ ਤੇ ਕਰਵਾ ਕੇ। ਆਖਿਆ ਜੋ ਸਰਬ ਗਿਆਤਾ ਸਰਬ ਕਲਾ ਸਮਰੱਥ ਸਤਿਗੁਰੂ ਹੈ ਨਾ, ਸਤਿਗੁਰੂ ਦੀ ਕਰਨੀ ਉੱਤੇ ਕੋਈ ਤਰਕ ਨਹੀਂ ਕਰਨੀ ਚਾਹੀਦੀ। ਆਮ ਅਲਪੱਗ ਜੀਵ ਕੀ ਤਰਕ ਕਰ ਸਕਦਾ ਹੈ। ਮਤ ਥੋੜੀ ਸਰਦਾ ਬਿਨਾ ਜੋ ਤਰਕ ਉਠਾਵੇ। ਸ਼ਹੀਦ ਸਿੰਘ ਨੇ ਆਖਿਆ ਉਹਦੀ ਮਤ ਥੋੜੀ ਹੁੰਦੀ ਹੈ ਤੇ ਸ਼ਰਧਾ ਤੋਂ ਬਿਨਾ ਹੁੰਦਾ ਜਿਹੜਾ ਗੁਰੂ ਤੇ ਤਰਕ ਕਰਦਾ ਹੈ। ਗੁਰੂ ਸਰਬ ਕਲਾ ਸਮਰੱਥ ਹੈ। ਗੁਰੂ ਜੋ ਚਾਹੇ ਉਹ ਕਰਨ ਦੀ ਸਮਰੱਥਾ ਰੱਖਦਾ, ਪਰ ਗੁਰੂ ਦੀ ਮੌਜ, ਗੁਰੂ ਨੇ ਕੀ ਕਰਨਾ।
ਇਸ ਕਰਕੇ ਜਿਹੜਾ ਸ਼ਰਧਾ ਤੋਂ ਹੀਣਾ ਥੋੜੀ ਮਤ ਵਾਲਾ ਹੁੰਦਾ ਉਹ ਗੁਰੂ ਸਾਹਿਬ ਦੇ ਉੱਤੇ ਭਾਈ ਤਰਕ ਕਰਦਾ ਹੈ। ਭੁਗਤੈ ਦੁਖ ਬਾਬਤਨ ਕੇ ਨਹਿ ਸੁਖ ਕੋ ਪਾਵੈ। ਪਰ ਜਿਹੜਾ ਤਰਕਾਂ ਕਰਨ ਲੱਗ ਪੈਂਦਾ ਨਾ ਸ਼ਰਧਾ ਤੋਂ ਹੀਣਾ ਉਹਨੂੰ ਬੜੇ ਦੁੱਖ ਭੋਗਣੇ ਪੈਂਦੇ। ਉਹ ਸੁੱਖ ਨਹੀਂ ਪਾਉਂਦਾ, ਉਹ ਦੁਖੀ ਹੁੰਦਾ ਹੈ। ਮੈਂ ਏਕਲ ਹੀ ਕਰ ਸਕੋ ਤੁਰ ਕਾਨ ਬਿਨਾਸਾ। ਉਹਨੇ ਕਿਹਾ ਧਰਮ ਸਿੰਘਾ ਕਿਹੜੀ ਗੱਲ ਕਰਦਾ ਭਾਈ, ਗੁਰੂ ਗੋਬਿੰਦ ਸਿੰਘ ਜੀ ਤੇ ਬੜੀ ਵੱਡੀ ਗੱਲ ਵਾ, ਗੁਰੂ ਕੇ ਬਾਕੀ ਸ਼ਹੀਦ ਸਿੰਘਾਂ ਦੀ ਤੇ ਗੁਰੂ ਕੀ ਫੌਜ ਦੀ ਤੇ ਬੜੀ ਵੱਡੀ ਤਾਕਤ ਆ। ਮਹਾਰਾਜ ਆਗਿਆ ਦੇਣ ਤੇ ਮੈਂ ਇਕੱਲਾ ਹੀ ਸਾਰੇ ਤੁਰਕਾਂ ਨੂੰ ਖਤਮ ਕਰ ਸਕਦਾ, ਇਕੱਲਾ ਹੀ। ਕਿਉਂਕਿ ਇੱਕ ਇੱਕ ਸਿੰਘ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇੰਨੀ ਤਾਕਤ ਰੱਖੀ ਆ। ਗਰੀਬ ਨਵਾਜ ਸਾਹਿਬ ਨੇ ਅੰਮ੍ਰਿਤ ਬਾਣੀ ਚਾਖਿਆ ਹੈ, ਜਿੱਥੇ ਭਗਤਾਂ ਦੀ ਮਹਿਮਾ ਕੀਤੀ, ਸੰਤਾਂ ਦੀ ਮਹਿਮਾ ਕੀਤੀ, ਬ੍ਰਹਮ ਗਿਆਨੀ ਗੁਰਮੁਖਾਂ ਦੀ ਮਹਿਮਾ ਕੀਤੀ, ਉੱਥੇ ਮਹਾਰਾਜ ਨੇ ਉਹ ਤਾਕਤ ਬਿਆਨ ਕੀਤੀ ਹੈ। ਗਰੀਬ ਨਵਾਜ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਦੋਂ ਏਡੀ ਵੱਡੀ ਸਮਰੱਥਾ ਦੇ ਦਿੱਤੀ ਹੈ, ਉਹਨੇ ਕਿਹਾ ਵੀ ਮੈਂ ਇਕੱਲਾ ਹੀ ਸਾਰੇ ਤੁਰਕਾਨੇ ਨੂੰ ਖਤਮ ਕਰ ਸਕਦਾ ਹਾਂ। ਮਮ ਸਮ ਲੱਖਾਂ ਸਖਤ ਜੁਤ ਸਤਿਗੁਰ ਕੇ ਪਾਸਾ। ਪਰ ਮੇਰੇ ਬਰਾਬਰ ਤੇ ਲੱਖਾਂ ਸ਼ਹੀਦ ਸਿੰਘ ਵਾ ਜਿਨ੍ਹਾਂ ਕੋਲੇ ਇੰਨੀ ਵੱਡੀ ਸ਼ਕਤੀ ਆ, ਉਹ ਗੁਰੂ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਰਹਿੰਦੇ ਹਨ। ਹੱਥ ਜੋੜ ਬੂਝਤ ਰਹਿ ਪ੍ਰਭ ਜੀ ਫਰਮਾਵੋ। ਤੇ ਮੇਰੇ ਸਾਥੀ ਸੰਗੀ ਜਿਹੜੇ ਆ ਸ਼ਹੀਦ ਸਿੰਘ, ਉਹ ਤੇ ਹੱਥ ਜੋੜ ਕੇ ਪੁੱਛਦੇ ਹੀ ਰਹਿੰਦੇ ਆ ਕਿ ਪ੍ਰਭੂ ਜੀ ਕੋਈ ਸੇਵਾ ਬਖਸ਼ੋ, ਆਗਿਆ ਬਖਸ਼ੋ। ਪਰ ਮਹਾਰਾਜ ਸਾਹਿਬ ਜੀ ਆਗਿਆ ਹੀ ਨਹੀਂ ਦਿੰਦੇ। ਮਹਾਰਾਜ ਕਦੇ ਵੀ ਆਗਿਆ ਨਹੀਂ ਦਿੰਦੇ, ਕਹਿੰਦੇ ਖਲੋਤੇ ਰਹੋ ਤੁਸੀਂ, ਬਸ ਸੇਵਾ 'ਚ ਹਾਜ਼ਰ ਰਹੋ, ਹੋਰ ਕੁਝ ਨਹੀਂ। ਮਹਾਰਾਜ ਸਗੋਂ ਗਰੀਬ ਨਵਾਜ ਸਾਹਿਬ ਜੀ ਉੱਥੇ ਠੰਡਾ ਕਰ ਦਿੰਦੇ, ਕਹਿੰਦੇ ਵੀ ਤੁਸੀਂ ਟਿਕੇ ਰਹੋ, ਬਸ ਜਿਵੇਂ ਭਾਣਾ ਵਰਤਦਾ ਹੈ ਇਹ ਭਾਣੇ ਨੂੰ ਵਰਤਨ ਦਿਓ। ਤੇ ਕਹਿ ਕੇ ਬਚਨ ਤੇ ਥਿਰੇ ਰਹਾਵੋ, ਖਲੋਤੇ ਰਹੋ ਬਸ ਸੇਵਾ ਦੇ ਵਿੱਚ, ਆਗਿਆ ਨਹੀਂ ਦਿੰਦੇ ਹੋਰ ਕੁਝ ਕਰਨ ਦੀ, ਹੱਥ ਵਿਖਾਉਣ ਦੀ। ਲੱਖਾਂ ਕੋਟ ਸ਼ਹੀਦ ਹੈ ਨਿਤ ਗੁਰ ਅਨਸਾਰੀ। ਉਹਨੇ ਕਿਹਾ ਲੱਖਾਂ ਕਰੋੜਾਂ ਸ਼ਹੀਦ ਸਿੰਘ ਆ ਤੇ ਨਿਤਾ ਪ੍ਰਤੀ ਗੁਰੂ ਸਾਹਿਬ ਜੀ ਦੀ ਆਗਿਆ ਦੇ ਅਨੁਸਾਰ ਹੋ ਕੇ ਮਹਾਰਾਜ ਦੇ ਪਹਿਰੇ 'ਚ ਰਹਿੰਦੇ ਹਨ। ਤੁਰਤ ਬਣਾਏ ਨੇ ਕਿਮ ਹੈ ਬਲ ਭਾਰੀ। ਤੇ ਇੰਨਾ ਵੱਡਾ ਭਾਰੀ ਵਾਲਾ ਸ਼ਹੀਦ ਸਿੰਘਾਂ ਦੇ ਵਿੱਚ ਵੀ ਜੋ ਚਾਹਣ ਉਸੇ ਵੇਲੇ ਬਣਾ ਲੈਣ, ਜਿਸ ਤਰ੍ਹਾਂ ਕੁਝ ਕਰਨਾ ਚਾਹਣ ਉਸੇ ਤਰ੍ਹਾਂ ਕਰ ਦੇਣ, ਜਿਹਨੂੰ ਮੂਧਿਆਂ ਕਰਨਾ ਉਹਨੂੰ ਉਸੇ ਵੇਲੇ ਉਲਟਾ ਦੇਣ। ਧਰਮ ਸਿੰਘ ਔਰ ਭਰਮ ਹਾਰ ਸਰਮਿਓ ਪਛਤਾਵਾ। ਤਾਂ ਇਸ ਤਰੀਕੇ ਨਾਲ ਭਾਈ ਧਰਮ ਸਿੰਘ ਦੇ ਹਿਰਦੇ ਦਾ ਜਿਹੜਾ ਭਰਮ ਸੀ ਨਾ, ਭੁਲੇਖਾ ਸੀ, ਉਹ ਸਾਰਾ ਦੂਰ ਹੋ ਗਿਆ। ਤੇ ਉਸ ਵੇਲੇ ਫਿਰ ਬਹੁਤ ਹੀ ਸ਼ਰਮ ਦੇ ਸਾਰ ਹੋਇਆ ਤੇ ਪਛਤਾਤਾਪ ਕੀਤਾ। ਸ੍ਰੀ ਸਤਿਗੁਰ ਸਰਬੱਤ ਮੈਂ ਸੰਦੇਹ ਉਠਾਵਾ। ਪਛਤਾਉਂਦਾ ਵਾ ਭਾਈ ਧਰਮ ਸਿੰਘ ਕਿ ਮੈਂ ਸਤਿਗੁਰੂ ਸਰਬ ਕਲਾ ਸਮਰੱਥ ਮਹਾਨ ਸਤਿਗੁਰੂ ਜੀ ਦੇ ਉੱਤੇ ਸੰਸਾ ਕਰ ਬੈਠਾ, ਕਿ ਗੁਰੂ ਸਾਹਿਬ ਵਿੱਚ ਸਮਰੱਥਾ ਨਹੀਂ। ਮਹਾਰਾਜ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਮਰਵਾ ਲਿਆ, ਆਪਣਾ ਆਨੰਦਪੁਰ ਸਾਹਿਬ ਖਤਮ ਕਰਵਾ ਲਿਆ। ਇਹ ਮੈਂ ਮਹਾਰਾਜ ਉੱਤੇ ਜਿਹੜਾ ਸੰਦੇਹ ਪੈਦਾ ਕਰ ਲਿਆ। ਹੱਥ ਜੋੜ ਬੰਦਨ ਕਰੀ ਧੰਨ ਧੰਨ ਗੁਰਦੇਵ। ਉਸੇ ਵੇਲੇ ਪਛਤਾਤਾਪ ਕਰਦਿਆਂ ਹੋਇਆਂ, ਭੁੱਲ ਦੀ ਮਾਫੀ ਮੰਗਦਿਆਂ ਹੋਇਆਂ ਹੱਥ ਜੋੜ ਕੇ ਆਖਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗਰੀਬ ਨਵਾਜ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਆਪ ਜੀ ਉੱਤੇ ਸੰਸਾ ਕਰ ਬੈਠਾ। ਹੱਥ ਜੋੜ ਕੇ ਨਮਸਕਾਰ ਕੀਤੀ ਆ ਭਾਈ ਧਰਮ ਸਿੰਘ ਨੇ, ਤੇ ਫਿਰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਆਪ ਜੀ ਦਾ ਆਸ਼ਾ ਤੇ ਬੜਾ ਡੂੰਘਾ ਹੈ, ਸਾਡੇ ਵਰਗੇ ਜੀ ਭੇਦ ਨਹੀਂ ਪਾ ਸਕਦੇ ਆਪ ਜੀ ਦਾ। ਮਹਾਰਾਜ ਅਸੀਂ ਤੇ ਐਵੇਂ ਕਿੰਤੂ ਪਰੰਤੂ ਕਰਨ ਲੱਗ ਪੈਂਦੇ ਆ ਵੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਕਿਉਂ ਨਹੀਂ ਕੀਤਾ, ਇੰਜ ਕਰ ਦਿੰਦੇ। ਅੱਜ ਵੀ ਤਾਂ ਇਹ ਸ਼ੰਕੇ ਹੁੰਦੇ ਹੀ ਆ, ਉਦੋਂ ਜੋ ਧਰਮ ਸਿੰਘ ਦੇ ਮਨ ਵਿੱਚ ਹੋਇਆ ਹੁਣ ਵੀ ਹੁੰਦੇ ਆ। ਕਈ ਕਹਿ ਹੀ ਦਿੰਦੇ, ਕਹਿੰਦੇ ਵੀ ਗੁਰੂ ਸਾਹਿਬ ਸਾਡੇ ਵਰਗੇ ਹੀ ਸੀ। ਕਈ ਸਲਾਹਾਂ ਦੇਣ ਲੱਗ ਪੈਂਦੇ ਵੀ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਤਾਂ ਉਹ ਫਿਰ ਜੋ ਮਨ ਦੇ ਵਿੱਚ ਸੰਸਾ ਸੀ ਉਹ ਸਭ ਦੂਰ ਕਰਕੇ ਤੇ ਬੇਨਤੀ ਕੀਤੀ ਹੈ ਵੀ ਸੱਚੇ ਪਾਤਸ਼ਾਹ ਮੈਂ ਤਾਂ ਮੱਥਾ ਟੇਕਦਾ, ਤੁਹਾਨੂੰ ਨਮਸਕਾਰ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ। ਆਪ ਜੀ ਦਾ ਬੜਾ ਡੂੰਘਾ ਗਹਿਰ ਗੰਭੀਰ ਆਸ਼ਾ ਹੈ ਤੇ ਅਸੀਂ ਭੇਦ ਨਹੀਂ ਪਾ ਸਕਦੇ ਆਪ ਜੀ ਦਾ।
पूज्य गौर शहीद को तन कितब आकारा। ਫਿਰ ਉਸ ਸ਼ਹੀਦ ਸਿੰਘ ਨੂੰ ਪੁੱਛਿਆ ਵੀ ਸ਼ਹੀਦ ਸਿੰਘਾ ਤੂੰ ਕਿੰਨਾ ਕੁ ਵੱਡਾ ਆਪਣੇ ਸਰੀਰ ਦਾ ਆਕਾਰ ਬਣਾ ਸਕਦਾ ਹੈ ਕਿਤੋ ਕਿਤ ਕਹੀ ਰਹਿਤ ਹੋ ਠਾਣਤ ਬਲ ਭਾਰਾ। ਕਿ ਜਾਂ ਜਿਹੜਾ ਭਾਰੀ ਵਾਲ ਹੈ ਉਹਨੂੰ ਧਾਰਨ ਕਰਕੇ ਏਡਾ ਕੀ ਸਰੀਰ ਰੱਖਦਾ ਹੈ ਜਿੱਡਾ ਕਿ ਮੇਰਾ ਸਰੀਰ ਹੈ, ਜਿੱਡਾ ਕਿ ਹੁਣ ਮੇਰੇ ਸਾਹਮਣੇ ਤੁਹਾਡਾ ਸਰੀਰ ਹੈ, ਕਿ ਜਾਂ ਇਹਨੂੰ ਵਧਾ ਵੀ ਲੈਂਦੇ ਹੋ, ਹੋਰ ਵੱਡਾ ਕਰ ਲੈਂਦੇ ਹੋ। ਸੰਸੇ ਕਰੇ ਬਿਨਾਸ਼ ਤੁਮ ਗੁਰ ਸੰਸਰ ਹੈ ਕੈ। ਕਿਉਂਕਿ ਮੇਰੇ ਵਾਸਤੇ ਤਾਂ ਸ਼ਹੀਦ ਸਿੰਘਾ ਤੂੰ ਗੁਰੂ ਸਾਹਿਬ ਦੇ ਬਰਾਬਰ ਹੀ ਆ, ਗੁਰੂ ਸਾਹਿਬ ਜੀ ਦੇ ਬਰਾਬਰ ਹੀ ਹੋ ਕਰਕੇ ਮੇਰੇ ਮਨ ਦੇ ਸਾਰੇ ਸ਼ੱਕ ਜਿਹੜੇ ਸੀ ਨਾ, ਸੰਸੇ ਸੀ, ਉਹ ਦੂਰ ਕਰ ਦਿੱਤੇ। ਭਇਓ ਨਿਹਾਲ ਵਿਸਾਲ ਮੈਂ ਮਨ ਬਾਤ ਸੁਣੈ ਕੈ। ਮੈਂ ਤਾਂ ਆਪ ਜੀ ਨੂੰ ਸ਼ਹੀਦ ਸਿੰਘਾ ਮਿਲ ਕੇ ਨਿਹਾਲ ਹੋ ਗਿਆ ਬਹੁਤਾ ਜ਼ਿਆਦਾ, ਤੇ ਬਚਨ ਸੁਣ ਕਰਕੇ ਤੇ ਮਿਲ ਕਰਕੇ ਮੈਨੂੰ ਤਾਂ ਤੁਸੀਂ ਨਿਹਾਲ ਕਰ ਦਿੱਤਾ ਹੈ। ਭਇਓ ਸ਼ਹੀਦ ਸੁਣੀ ਜੀਏ ਜਨ ਚਾਹੇ ਬਣਾਵੇ। ਉਸ ਸ਼ਹੀਦ ਸਿੰਘ ਨੇ ਆਖਿਆ ਵੀ ਧਰਮ ਸਿੰਘਾ ਸੁਣ, ਜਿਵੇਂ ਚਾਹੀਏ ਉਸੇ ਤਰ੍ਹਾਂ ਦਾ ਸਰੀਰ ਬਣਾ ਲੈਂਦੇ ਹਾਂ। ਲੋਕੈ ਤਨ ਵੱਡੇ ਕੋ ਬਹੁਤ ਤਰਾਸ ਪਾਵੇ। ਤੇ ਜੇ ਮੈਂ ਵੱਡਾ ਸਰੀਰ ਕਰਕੇ ਹੁਣ ਵਿਖਾਇਆ ਨਾ ਤੁਹਾਨੂੰ, ਤੇ ਫਿਰ ਤੇਰਾ ਮਨ ਡਰ ਜਾਣਾ ਵਾ ਵੇਖ ਕੇ। ਉਹਨੇ ਕਿਹਾ ਵੀ ਜੇ ਵੱਡਾ ਜੇ ਕਰਕੇ ਵਿਖਾਇਆ ਨਾ ਆਪਣਾ ਆਪ, ਤੇ ਫਿਰ ਤੂੰ ਡਰ ਜਾਣਾ ਹੈ। ਸਿੱਖ ਕਦੀਮੀ ਜਾਣ ਕੈ ਮਿਲ ਬਾਤ ਬਤਾਈ। ਇਹ ਜਿੰਨੀਆਂ ਗੱਲਾਂ ਮੈਂ ਦਸੀਆਂ ਨਾ ਸਿੰਘਾ, ਤੈਨੂੰ ਮੁੱਢ ਕਦੀਮ ਦਾ ਸਿੱਖ ਜਾਣ ਕੇ ਦਸੀਆਂ ਵੀ ਤੂੰ ਪੀੜ੍ਹੀ ਦਰ ਪੀੜ੍ਹੀ ਸਿੱਖ ਵਾਂ। ਤੇਰੇ ਵੱਡਿਆਂ ਨੇ ਬੜੀ ਗੁਰੂ ਘਰ ਦੀ ਸੇਵਾ ਕੀਤੀ ਆ, ਇਸ ਕਰਕੇ ਆਪਣਾ ਜਿਹੜਾ ਭੇਦ ਤੇਰੇ ਕੋਲੇ ਖੋਲਿਆ ਹੈ। ਜੇ ਆਪ ਦੇਖਿਓ ਚਾਹਤ ਸਭ ਦੇਹ ਦਿਖਾਈ। ਤੇ ਜੇ ਹੁਣ ਤੂੰ ਸਰੀਰ ਦਾ ਵੱਡਾ ਆਕਾਰ ਵੀ ਵੇਖਣਾ ਚਾਹਣਾ ਹੈ ਤੇ ਉਹ ਵੀ ਤੈਨੂੰ ਸਾਰਾ ਵਿਖਾ ਦੇਣਾ ਹੈ। ਉਹਨੇ ਕਿਹਾ ਵੀ ਮੁੱਢ ਕਦੀਮ ਦਾ ਤੂੰ ਸਿੱਖ ਵਾਂ, ਇਸ ਕਰਕੇ ਤੇਰੇ ਕੋਲੇ ਭੇਦ ਖੋਲਿਆ। ਹਾਰੀ ਸਾਰੀ ਨੂੰ ਨਾ ਹੀ ਦਰਸ਼ਨ ਹੀ ਦਿੰਦੇ ਆ ਤੇ ਨਾ ਇਹ ਬਚਨ ਹੀ ਦੱਸਦੇ ਆ। ਤੋ ਇਸ ਕਰਕੇ ਜੇ ਤੂੰ ਵੇਖਣਾ ਚਾਹਣਾ ਤੇ ਤੈਨੂੰ ਵੱਡਾ ਸਰੀਰ ਦਾ ਆਕਾਰ ਵੀ ਵਿਖਾ ਦਿੰਦੇ ਹਾਂ। ਬੋਲਤ ਵਰਦੇ ਮਪਦੋ ਪੋਸਣ ਲੱਗ ਹੋਵਾ। ਬਸ ਬੋਲਦਿਆਂ ਫਿਰ ਆਪਣੇ ਸਰੀਰ ਨੂੰ ਵੱਡਾ ਕੀਤਾ ਸ਼ਹੀਦ ਸਿੰਘ ਨੇ, ਤੇ ਕਈਆਂ ਕੋਹਾਂ ਤੀਕ ਜਿਹੜਾ ਆਕਾਸ਼ ਵੱਲ ਨੂੰ ਲੈ ਗਿਆ, ਕਈਆਂ ਕੋਹਾਂ ਤੱਕ। ਬਾਹੂ ਰੁਪੈ ਬਹੁਤ ਦੂਰ ਲੱਗ ਸਿਰ ਨਭ ਲੱਗ ਜੋ। ਹੁਣ ਜਿੰਨਾ ਉੱਚਾ ਸਰੀਰ ਗਿਆ ਤੇ ਉਨੀਆਂ ਦੂਰ ਦੂਰ ਬਾਹਾਂ ਜਾਣੀਆਂ ਨਾ। ਕਹਿੰਦੇ ਵੀ ਸਿਰ ਜਿਹੜਾ ਉਹ ਆਕਾਸ਼ ਤੀਕ ਚਲੇ ਗਿਆ, ਕਈਆਂ ਕੋਹਾਂ ਤੀਕ ਤਾਂ ਨੂੰ ਚਲੇ ਗਿਆ, ਤੇ ਦੋਵੇਂ ਬਾਹਾਂ ਜਿਹੜੀਆਂ ਉਹ ਬੜੀ ਦੂਰ ਦੂਰ ਤੀਕ ਫੈਲੀਆਂ ਹੋਈਆਂ ਹਨ ਸ਼ਹੀਦ ਸਿੰਘ ਦੀਆਂ। ਰੂਪ ਧਿਆਨ ਵਿਵੇਕ ਕਰ ਉਰ ਤਰਾਸ ਪੰਨਾ। ਜਦੋਂ ਵੇਖਿਆ ਨਾ ਤਾਂ ਨੂੰ ਦਸਤਾਰ ਲੈਂਦੀ ਹੋਣੀ, ਤਾਂ ਨੂੰ ਵੇਂਦਿਆ ਜਦੋਂ ਵੇਖਿਆ ਸ਼ਹੀਦ ਸਿੰਘ ਦਾ ਸਰੀਰ, ਤਾਂ ਨੂੰ ਕਿ ਬੱਲੇ ਬੱਲੇ ਕਿੱਡਾ ਵੱਡਾ ਵਾ ਬਾਬਾ, ਤੇ ਬਹੁਤਾ ਤਾਂ ਚਲੇ ਗਿਆ। ਤੇ ਤਾਂ ਨੂੰ ਵੇਂਦਿਆ ਦਸਤਾਰ ਵੀ ਪਿਛਾੜ ਨੂੰ ਲੈਂਦੀ ਹੋਣੀ, ਤੇ ਉਸ ਵੇਲੇ ਡਰ ਵੀ ਗਿਆ। ਕੋਈ ਉੱਚੀ ਚੀਜ਼ ਵੇਖੀਏ ਤੇ ਡਰ ਤੇ ਆਉਂਦਾ ਹੀ ਹੈ ਨਾ। ਤੇ ਨਾਲੇ ਫਿਰ ਸ਼ਹੀਦ ਸਿੰਘ ਜਦੋਂ ਕਹਿੰਦੇ ਵੇਖਿਆ ਤਾਂ ਨੂੰ, ਤੇ ਡਰ ਬਹੁਤਾ ਪੈਦਾ ਹੋਇਆ, ਭਿਆਨਕੀ ਰੂਪ ਵੇਖਿਆ। ਹੱਥ ਜੋੜ ਕੇ ਧਰਮ ਸਿੰਘ ਤੁਮ ਹੋ ਧਨ ਕੰਨਾ। ਫਿਰ ਹੱਥ ਜੋੜ ਕੇ ਧਰਮ ਸਿੰਘ ਨੇ ਆਖਿਆ ਵੀ ਸ਼ਹੀਦ ਸਿੰਘਾ ਤੁਸੀਂ ਤੇ ਧੰਨ ਹੀ ਧੰਨ ਹੋ, ਵੀ ਏਡੀ ਵੱਡੀ ਸ਼ਕਤੀ ਮਹਾਰਾਜ ਨੇ ਦਿੱਤੀ ਤੁਹਾਨੂੰ। ਐਵੇਂ ਨਹੀਂ ਸ਼ਹੀਦਾਂ ਨੂੰ ਅਰਦਾਸ ਵਿੱਚ ਸਵੇਰੇ ਸ਼ਾਮੀ ਯਾਦ ਕੀਤਾ ਜਾਂਦਾ। ਸ਼ਹੀਦ ਕੋਈ ਛੋਟੀਆਂ ਹਸਤੀਆਂ ਨਹੀਂ ਹੁੰਦੀਆਂ ਸਾਧ ਸੰਗਤ ਜੀ। ਇਸ ਕਰਕੇ ਗੁਰਮੁਖ ਮਹਾਂਪੁਰਖ ਨਿਸ਼ਾਨ ਸਾਹਿਬ ਜੀ ਦਾ ਵੀ ਬਹੁਤ ਵੱਡਾ ਅਦਬ ਰੱਖਣ ਵਾਸਤੇ ਬਚਨ ਕਰਦੇ ਆ ਵੀ ਭਾਈ ਨਿਸ਼ਾਨ ਸਾਹਿਬ ਦੇ ਵੀ ਜਾਣਾ ਨਾ ਨੇੜੇ, ਤੇ ਭਾਵਨਾ ਨਾ ਜਾਓ, ਹੱਥ ਜੋੜ ਕੇ ਮੱਥਾ ਟੇਕੋ। ਇੱਥੇ ਵੀ ਸ਼ਹੀਦਾਂ ਦਾ ਪਹਿਰਾ ਹੁੰਦਾ। ਨਿਸ਼ਾਨ ਇਹ ਸ਼ਹੀਦਾਂ ਨੇ ਕੁਰਬਾਨੀਆਂ ਕਰਕੇ ਹੀ ਨਿਸ਼ਾਨ ਝੁਲਾਏ ਆ, ਤੇ ਇੱਥੇ ਭਾਵਨਾ ਦੇ ਨਾਲ ਹੀ ਨਮਸਕਾਰ ਹੱਥ ਜੋੜ ਕੇ ਕਰਨੀ ਚਾਹੀਦੀ ਆ। ਭਾਵਨਾ ਨਾਲ ਹੀ ਨਿਸ਼ਾਨ ਗੁਰੂ ਕੇ ਨਿਸ਼ਾਨ ਸਾਹਿਬ ਦਾ ਇਸ਼ਨਾਨ ਕਰਾਉਣਾ ਚਾਹੀਦਾ, ਤੇ ਸ਼ਰਧਾ ਵਾਲੇ ਗੁਰਸਿੱਖ ਭਾਵਨਾ ਨਾਲ ਹੀ ਕਰਦੇ ਕਰਾਉਂਦੇ। ਤੇ ਇਸ ਕਰਕੇ ਗੁਰੂ ਕੇ ਅਸੀਂ ਸਵੇਰੇ ਸ਼ਾਮ ਜਿੱਥੇ ਗੁਰੂ ਸਾਹਿਬਾਂ ਅੱਗੇ ਅਰਦਾਸ ਕਰਦੇ ਹਾਂ, ਉੱਥੇ ਸ਼ਹੀਦਾਂ ਅੱਗੇ ਵੀ ਨਾਲ ਅਰਦਾਸ ਕਰਦੇ ਹਾਂ, ਕਿਉਂਕਿ ਸ਼ਹੀਦ ਗੁਰੂ ਕੀ ਫੌਜ ਵਾ, ਅਕਾਲੀ ਫੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਰੋਜ਼ ਸਵੇਰੇ ਸ਼ਹੀਦਾਂ ਨੂੰ ਆਪਾਂ ਸਵੇਰੇ ਸ਼ਾਮੀ ਅਰਦਾਸ 'ਚ ਯਾਦ ਕਰਦੇ ਹਾਂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਇਹ ਸ਼ਹੀਦਾਂ ਦਾ ਧਿਆਨ ਧਰ ਕੇ ਆਪਾਂ ਬੋਲਦੇ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।
ਵਾਹਿਗੁਰੂ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਨ ਨਾਥ ਅਨਾਥ ਸਕੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧ ਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।